ਅਮ੍ਰਿਤਾ ਪ੍ਰੀਤਮ ਦਾ ਨਾਵਲ ਉਰਮੀ ਦਾ ਦੂਸਰਾ ਭਾਗ। ਘਰ ਮਾਂ ਉਸੇ ਤਰ੍ਹਾਂ ਮਾਸ ਦੀ ਤੇ ਕੱਪੜਿਆਂ ਦੀ ਗੰਢ ਜਿਹੀ ਮੰਜੀ 'ਤੇ ਪਈ ਹੋਈ ਸੀ। ਪਿਤਾ ਜੀ ਨੇ ਚੁੱਲ੍ਹੇ 'ਤੇ ਚਾਹ ਚੜ੍ਹਾਈ, ਪਰ ਮੈਨੂੰ ਜਾਪਿਆ ਉਹ ਮੇਰੇ ਵੱਲ ਇੰਝ ਤੱਕੇ ਸਨ ਜਿਵੇਂ ਮੈਂ ਪਰਾਇਆ ਡੰਗਰ ਉਹਨਾਂ ਦੀ ਪਹਿਲੀ ਚਾਹ ਵੜਿਆ ਹੋਵਾਂ। ਵੇਖਿਆ ਉਹਨਾਂ ਦੇ ਹੱਥ ਦੀ ਇੱਕ ਉਂਗਲ ਉੱਤੇ ਪੱਟੀ ਬੰਨ੍ਹੀ ਸੀ। ਪੁੱਛਿਆ, ਉਂਗਲ ਨੂੰ ਕੀ ਹੋ ਗਿਆ? ਕੁਛ ਨਹੀਂ। ਪਹਿਲਾਂ ਉਹਨਾਂ ਦੀ ਆਵਾਜ਼ ਕੁਝ ਵੱਟੀ ਜਿਹੀ ਗਈ, ਫਿਰ ਕਹਿਣ ਲੱਗੇ, ਤੇਰੀ ਮਾਂ ਮੰਜੀ 'ਤੇ ਪੈ ਗਈ ਏ, ਚੁੱਲ੍ਹੇ 'ਤੇ ਵੀ ਹੱਥ ਸਾੜਨੇ ਪੈਂਦੇ ਨੇ। ਉਹਨਾਂ ਜਦੋਂ ਮੈਨੂੰ ਗਲਾਸ 'ਚ ਚਾਹ ਪਾ ਦਿੱਤੀ ਤਾਂ ਗਲਾਸ ਉਹਨਾਂ ਦੇ ਹੱਥੋਂ ਫੜਨ ਲੱਗਿਆ। ਅਚਾਨਕ ਮੇਰੇ ਮੂੰਹੋਂ ਨਿਕਲ ਗਿਆ, ਅਨਾਮਿਕਾ। ਕੀ? ਉਹਨਾਂ ਘੂਰ ਕੇ ਪੁੱਛਿਆ। ਇਹ ਤੁਹਾਡੀ ਉਂਗਲੀ, ਇਹੀ ਚੀਚੀ ਦੇ ਨਾਲ ਦੀ ਉਂਗਲ ਏ ਨਾ? ਪੁਰਾਣਾਂ ਵਿੱਚ ਇਸ ਉਂਗਲੀ ਦਾ ਨਾਂ ਨਹੀਂ ਲੈਂਦੇ, ਇਸੇ ਲਈ ਇਹਨੂੰ ਅਨਾਮਿਕਾ ਕਹਿੰਦੇ ਨੇ। ਤੂੰ ਪੁਰਾਣ ਕਿੱਥੋਂ ਘੋਟ ਆਇਆ ਹੈ? ਕਾਲਜ ਦੀ ਲਾਇਬ੍ਰੇਰੀ 'ਚ ਪੜ੍ਹੀ ਸੀ, ਅਤੇ ਜਦੋਂ ਆਇਆ ਸੀ ਤਾਂ ਮਨ 'ਚ ਇਹੋ ਕੁਝ ਨਹੀਂ ਸੀ ਕਿ ਮੂੰਹੋਂ ਕੁਝ ਆਖ ਸੁਣਾਂਗਾ, ਅੱਖਾਂ ਸੁਣਾਂਗਾ। ਪਰ ਸਾਹਮਣੇ ਇੱਕ ਉਂਗਲ ਨੂੰ ਪੱਟੀ ਬੰਨ੍ਹੀ ਵੇਖ ਕੇ ਇੱਕ ਖਿਆਲ ਆਇਆ ਤਾਂ ਮੇਰੇ ਕੋਲੋਂ ਮੂੰਹ ਨਹੀਂ ਰੋਕਿਆ ਗਿਆ। ਆਖਿਆ, ਤੁਹਾਨੂੰ ਪਤਾ ਹੈ ਇਸ ਉਂਗਲ ਨੂੰ ਅਨਾਮਿਕਾ ਕਿਉਂ ਆਖਦੇ ਨੇ? ਉਹਨਾਂ ਜਵਾਬ ਨਹੀਂ ਦਿੱਤਾ। ਮੈਂ ਹੀ ਫਿਰ ਆਖਿਆ, ਇਸ ਉਂਗਲ ਨਾਲ ਸ਼ਿਵਾ ਨੇ ਬ੍ਰਹਮਾ ਦਾ ਸਿਰ ਵੱਢਿਆ ਸੀ, ਇਸ ਲਈ ਇਹਨੂੰ ਅੱਜ ਤੱਕ ਅਪਵਿੱਤਰ ਗਿਣਦੇ ਨੇ। ਉਹਨਾਂ ਦੇ ਹੱਥ 'ਚ ਫੜੇ ਚਾਹ ਦੇ ਪਤੀਲੇ 'ਚੋਂ ਚਾਹ ਨੂੰ ਉਛਲਕਾ ਵੱਜਾ ਅਤੇ ਕਿੰਨੀ ਸਾਰੀ ਚਾਹ ਚੁੱਲ੍ਹੇ 'ਚ ਡੁੱਲ ਗਈ। ਰੋਣ ਵਰਗਾ ਹਾਸਾ ਆ ਗਿਆ। ਆਪਣਾ ਚਾਹ ਦਾ ਗਲਾਸ ਮੈਂ ਉਹਨਾਂ ਅੱਗੇ ਧਰ ਕੇ ਆਖਿਆ, ਤੁਸੀਂ ਆਹ ਚਾਹ ਪੀ ਲਓ, ਮੈਂ ਆਪਣੇ ਲਈ ਹੋਰ ਬਣਾ ਲਾਂਗਾ। ਦੁਪਹਿਰੀਂ ਮਾਂ ਘਰ ਇਕੱਲੀ ਸੀ, ਜਿਸ ਵੇਲੇ ਮੇਰਾ ਧਿਆਨ ਵਿਹੜੇ ਦੀ ਇੱਕ ਨੁੱਕਰੇ ਲੱਗੀ ਹੋਈ ਤੁਲਸੀ ਵੱਲ ਗਿਆ। ਪੱਤੇ ਡਾਢੇ ਮੁਰਝਾਏ ਸਨ। ਮਾਂ ਤਾਂ ਇਹਨੂੰ ਰੋਜ਼ ਪਾਣੀ ਦਿੰਦੀ ਹੁੰਦੀ ਸੀ, ਕਦੇ ਖੁੰਝਦੀ ਨਹੀਂ ਸੀ। ਫਿਰ ਤੁਲਸੀ ਨੂੰ ਕੀ ਹੋਇਆ? ਮੂੰਹੋਂ ਨਿਕਲ ਗਿਆ, ਮਾਂ ਤੁਲਸੀ ਨੂੰ ਹੁਣ ਪਾਣੀ ਨਹੀਂ ਦਿੰਦੀ ਹੁੰਦੀ? ਮਾਂ ਹਰ ਵੇਲੇ ਉਂਘਲਾਉਂਦੀ ਜੀ ਪਈ ਰਹਿੰਦੀ ਸੀ। ਨਾ ਪਤਾ ਲੱਗਦਾ ਸੀ ਸੁੱਤੀ, ਨਾ ਪਤਾ ਲੱਗਦਾ ਸੀ ਜਾਗਦੀ। ਮੇਰੀ ਆਵਾਜ਼ ਸੁਣ ਕੇ ਤ੍ਰਹਿ ਜਿਹੀ ਗਈ ਅਤੇ ਆਖਣ ਲੱਗੀ, ਮੇਰਾ ਸੜ ਗਿਆ ਚੇਤਾ, ਸੁੱਕ ਗਈ ਤੁਲਸੀ? ਮੈਂ ਪਾਣੀ ਦੇ ਦਿਆਂ? ਅਜੇ ਜੜੋਂ ਹਰੀ ਏ, ਮੈਂ ਆਖਿਆ ਅਤੇ ਗੜਵੀ ਨਾਲ ਤੁਲਸੀ ਨੂੰ ਪਾਣੀ ਦੇਣ ਲੱਗ ਪਿਆ। ਪਾਣੀ ਦਿੰਦੇ ਨੂੰ ਤੁਲਸੀ ਦੀ ਕਥਾ ਚੇਤੇ ਆਈ। ਸੁਣਾਈ ਤਾਂ ਕਦੇ ਮਾਂ ਨਹੀਂ ਸੀ। ਆਖਿਆ, ਮਾਂ, ਆਹ ਤੁਲਸੀ ਦਾ ਸੰਖਚੂੜ ਨੂੰ ਵਿਆਹੀ ਸੀ ਨਾ? ਆਹੋ, ਮਾਂ ਨੇ ਹੁੰਗਾਰਾ ਭਰਿਆ। ਫਿਰ ਜਦੋਂ ਇਹਦੀ ਪੂਜਾ ਕਰਦੇ ਨੇ, ਇਹਦਾ ਵਿਆਹ ਵਿਸ਼ਨੂੰ ਨਾਲ ਕਿਉਂ ਕਰਾਉਂਦੇ ਨੇ? ਇਹਨੂੰ ਵਿਸ਼ਨੂੰ ਵੱਲਭਾ ਆਖਦੇ ਨੇ, ਵਿਸ਼ਨੂੰ ਦੀ ਪਿਆਰੀ। ਉਹ ਤਾਂ ਮਾਂ ਕੁਝ ਕਹਿੰਦੀ ਕਹਿੰਦੀ ਰਹਿ ਗਈ। ਮੈਂ ਹੀ ਆਖਿਆ, ਮੈਨੂੰ ਥੋੜ੍ਹੀ ਜਿਹੀ ਕਹਾਣੀ ਯਾਦ ਏ। ਤੁਲਸੀ ਜਦੋਂ ਸੰਖਚੂੜ ਨੂੰ ਵਿਆਹੀ ਗਈ ਤਾਂ ਇੱਕ ਵਾਰੀ ਸੰਖਚੂੜ ਘਰ ਨਹੀਂ ਸੀ ਤਾਂ ਵਿਸ਼ਨੂੰ ਤੁਲਸੀ ਦੇ ਕੋਲ ਚਲਾ ਗਿਆ। ਉਹ ਵਿਸ਼ਨੂੰ ਨੂੰ ਬੜੀ ਚੰਗੀ ਲੱਗਦੀ ਸੀ, ਹੈ ਨਾ? ਫਿਰ ਦੋਹਾਂ ਨੂੰ ਸਰਾਪ ਲੱਗ ਗਿਆ। ਤੁਲਸੀ ਗੰਡਕਾ ਨਦੀ ਬਣ ਗਈ ਅਤੇ ਵਿਸ਼ਨੂੰ ਸ਼ਾਲਗਰਾਮ ਪੱਥਰ ਹੋ ਕੇ ਉਸ ਨਦੀ 'ਚ ਰਹਿਣ ਲੱਗਾ। ਤੁਲਸੀ ਦਾ ਬੂਟਾ ਤੁਲਸੀ ਦੇ ਵਾਲਾਂ 'ਚੋਂ ਉੱਗਿਆ ਸੀ ਨਾ? ਮਾਂ ਇੰਝ ਸਿਰ ਹਿਲਾਉਂਦੀ ਪਈ ਸੀ ਜਿਵੇਂ ਤੁਲਸੀ ਦੀ ਕਹਾਣੀ ਨੂੰ ਸੁਣਦੀ ਹੋਰ ਹੀ ਸੋਚਾਂ 'ਚ ਪੈ ਗਈ ਹੋਵੇ। ਮੈਂ ਆਖੀ ਗਿਆ, ਪਰ ਮਾਂ, ਨਾਲੇ ਤਾਂ ਦੋਹਾਂ ਨੂੰ ਸਰਾਪ ਲੱਗਾ ਕਿ ਉਹਨਾਂ ਨੇ ਮਾੜਾ ਕੰਮ ਕੀਤਾ ਸੀ, ਅਤੇ ਨਾਲੇ ਹੁਣ ਲੋਕੀ ਉਹਨਾਂ ਦੀ ਪੂਜਾ ਕਰਦੇ ਨੇ, ਤੁਲਸੀ ਅਤੇ ਸ਼ਾਲਗਰਾਮ ਦਾ ਵਿਆਹ ਰਚਾਉਂਦੇ ਨੇ। ਦੇਵਤਿਆਂ ਦੀਆਂ ਗੱਲਾਂ ਹੋਰ, ਮਨੁੱਖਾਂ ਦੀਆਂ ਹੋਰ। ਮਾਂ ਇੰਝ ਆਖ ਰਹੀ ਸੀ ਜਿਵੇਂ ਝੂਰ ਰਹੀ ਹੋਵੇ। ਮੈਂ ਮਾਂ ਦੇ ਕੋਲ ਉਹਦੀ ਮੰਜੀ ਉੱਤੇ ਜਾ ਬੈਠਾ। ਆਖਿਆ, ਪਰ ਮਨੁੱਖ ਜੇ ਕਦੇ ਦੇਵਤਿਆਂ ਦੀ ਰੀਸ ਕਰ ਲਵੇ ਤਾਂ ਇਹਦੇ 'ਚ ਕੀ ਹਰਜ਼ ਹੁੰਦਾ? ਮਾਂ ਆਪਣੇ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ। ਹੌਲੀ ਜਿਹੀ ਉਹਦੇ ਮੂੰਹੋਂ ਨਿਕਲਿਆ, ਲਿਖੀਆਂ ਕੌਣ ਮੇਟੇ? ਪਰ ਮਾਂ, ਅੱਜ ਮੇਰੀ ਹਿੰਮਤ ਪੈ ਗਈ ਸੀ। ਆਖਿਆ, ਲੋਕ ਮੋਇਆਂ ਦੀ ਪੂਜਾ ਕਰਦੇ ਨੇ, ਕੀ ਪਤਾ ਕਿਸੇ ਦਿਨ ਸਾਡੀ ਉਰਮੀ ਦੀ ਪੂਜਾ ਵੀ ਕਰਨਗੇ। ਮਾਂ ਫਿੱਸ ਪਈ, ਵੇ ਮੇਰੇ ਕਲੇਜੇ 'ਚ ਲੂਣੀਆਂ ਲੱਗਦੀਆਂ ਨੇ, ਚੁੱਪ ਹੋ ਜਾ। ਅਤੇ ਉਹ ਗੋਡਿਆਂ ਉੱਤੇ ਸਿਰ ਸੁੱਟ ਕੇ ਜਿਵੇਂ ਉੱਕਾ ਗੁੰਮ ਜਿਹੀ ਹੋ ਗਈ। ਮੈਂ ਫਿਰ ਸ਼ਹਿਰ ਪਹੁੰਚ ਗਿਆ, ਪਰ ਪਹੁੰਚਣਾ ਕਿੱਥੇ ਸੀ? ਜਿੱਥੋਂ ਤੁਰਿਆ ਸਾਂ ਉੱਥੇ ਹੀ ਪਹੁੰਚ ਗਿਆ। ਉਰਮੀ ਦੀ ਗੱਲ ਵੀ ਜਿੱਥੋਂ ਤੁਰੀ ਸੀ ਮੁੜ ਉੱਥੇ ਹੀ ਪਹੁੰਚ ਗਈ। ਮੇਰੇ ਪੈਰਾਂ ਹੇਠਾਂ ਉਹੀ ਚੁਰਾਇਆ ਹੈ ਜਿਹਦੇ 'ਚ ਉਹੀ ਚਾਰੇ ਰਾਹ ਪਾਟਦੇ ਹਨ। ਗੌਤਮ ਦਾ ਹਾਲ ਵੇਖਣ ਲਈ ਗਿਆ। ਉਹਦਾ ਇਹ ਹਾਲ ਵੇਖਣਾ ਵੀ ਮੇਰੀ ਕਿਸਮਤ 'ਚ ਸੀ। ਉਹ ਕਮਰੇ ਦੇ ਅੱਧ 'ਚ ਅੱਗ ਬਾਲ ਕੇ ਇੱਕ ਕਾਗਜ਼ ਨੂੰ ਅੱਗ ਦੇ ਅੰਗਿਆਰਾਂ ਉੱਤੇ ਸੁਕਾਉਂਦਾ ਪਿਆ ਸੀ। ਕਾਗਜ਼ ਉੱਤੇ ਕਈ ਲਕੀਰਾਂ ਵਾਹੀਆਂ ਸਨ। ਲਕੀਰਾਂ ਦੇ ਖਾਨਿਆਂ 'ਚ ਹਾਹਾ ਅੱਖਰ 24 ਵਾਰ ਲਿਖਿਆ ਸੀ। ਕਿਸੇ ਅੱਖਰ ਨੂੰ ਲਾਂ, ਕਿਸੇ ਨੂੰ ਬਿਹਾਰੀ, ਬਿੰਦੀ, ਅਸਲੋਂ ਅੱਧ 'ਚ ਉਰਮੀ ਲਿਖਿਆ ਸੀ। ਪਿੰਡ ਗਿਆ ਤਾਂ ਸੋਚਿਆ ਸੀ ਕਿ ਗੌਤਮ ਦੇ ਭਰਾ ਨੂੰ ਜਾ ਕੇ ਉਹਦਾ ਹਾਲ ਦੱਸ ਆਵਾਂ। ਨਾ ਉਹਦੀ ਮਾਂ ਜਿਉਂਦੀ ਸੀ, ਨਾ ਪਿਓ।
ਇੱਕੋ ਭਰਾ ਸੀ, ਉਹ ਵੀ ਸਕਾ ਨਹੀਂ ਸੀ। ਪਰ ਫਿਰ ਕਹਿਣ ਗਿਆ ਸੀ ਕਿ ਗੌਤਮ ਬਿਮਾਰ ਹੈ, ਕੋਈ ਉਹਦੇ ਕੋਲ ਜਾ ਕੇ ਰਵੇ ਤਾਂ ਠੀਕ ਹੈ। ਪਰ ਉਹਦੇ ਭਰਾ ਨੇ ਬਹੁਤੀ ਗੱਲ ਨਹੀਂ ਸੀ ਗੌਲੀ। ਆਖ ਛੱਡਿਆ ਸੀ ਕਿ ਉਹ ਕਿਸੇ ਦਿਨ ਸ਼ਹਿਰ ਜਾ ਕੇ ਉਹਨੂੰ ਪਿੰਡ ਲੈ ਆਏਗਾ। ਗੌਤਮ ਉਸੇ ਤਰ੍ਹਾਂ ਕਮਰੇ 'ਚ ਇਕੱਲਾ ਸੀ। ਮੈਂ ਕੁਛ ਨਹੀਂ ਆਖਿਆ, ਚੁੱਪ ਕਰਕੇ ਉਹਦੇ ਕੋਲ ਅੱਗ ਦੇ ਕੋਲ ਬਹਿ ਗਿਆ। ਉਸ ਆਪ ਹੀ ਮੇਰੇ ਵੱਲ ਤੱਕਿਆ ਤੇ ਹੁਲਸਿਆ ਜਿਹਾ ਕਹਿਣ ਲੱਗਾ, ਇਹ ਬੜਾ ਵਧੀਆ ਮੰਤਰ ਦੱਸਦੇ ਨੇ, ਆਖਦੇ ਨੇ ਇਹਦੇ ਨਾਲ ਕੋਈ 100 ਯੋਜਨ ਦੂਰ ਹੋਵੇ ਤਾਂ ਵੀ ਛੇਤੀ ਆ ਜਾਂਦਾ ਹੈ। ਅੱਛਾ, ਮੈਂ ਝੀਣੀ ਜੀ ਆਵਾਜ਼ ਨਾਲ ਕਹਿ ਛੱਡਿਆ। ਇਹ ਲਿਖਣਾ ਔਖਾ ਨਹੀਂ ਸੀ, ਉਹਨੇ ਫੇਰ ਆਖਿਆ, ਪਰ ਮੇਰੇ ਵੱਲ ਤੱਕਿਆ ਨਹੀਂ। ਸ਼ਾਇਦ ਉਸ ਕਾਗਜ਼ ਨੂੰ ਅੱਗ ਉੱਤੇ ਸੁਕਾਉਂਦਿਆਂ ਉਹ ਇਸ ਧਿਆਨ 'ਚ ਸੀ ਕਿ ਕਾਗਜ਼ ਕਿਤੇ ਬਹੁਤ ਅੱਗ ਦੇ ਨੇੜੇ ਨਾ ਹੋ ਜਾਏ। ਮੈਂ ਹੀ ਗੱਲ ਨੂੰ ਤੋਰੀ ਰੱਖਣ ਲਈ ਪੁੱਛਿਆ, ਇਹ ਕਿਵੇਂ ਲਿਖੀਦਾ? ਉਹਨੇ ਧਿਆਨ ਕਾਗਜ਼ ਵੱਲ ਰੱਖਿਆ ਤੇ ਜਵਾਬ ਦਿੱਤਾ, ਕਾਲੇ ਧਤੂਰੇ ਦੇ ਪੱਤਿਆਂ ਨੂੰ ਰਗੜ ਕੇ ਉਹਦੇ ਪਾਣੀ 'ਚ ਗਰੋਚਨ ਮਿਲਾ ਲਈਦਾ। ਗਰੋਚਨ ਕੀ ਹੁੰਦਾ? ਮੈਂ ਪੁੱਛਿਆ। ਉਹ ਮੁਸਕਰਾ ਪਿਆ, ਆਖਣ ਲੱਗਾ, ਮੈਨੂੰ ਵੀ ਤੇਰੇ ਵਾਂਗੇ ਪਤਾ ਨਹੀਂ ਸੀ। ਫਿਰ ਪਤਾ ਲੱਗਾ ਇਹ ਗਊ ਜਾਂ ਬੈਲ ਦੇ ਪਿੱਤੇ 'ਚੋਂ ਨਿਕਲੀ ਹੋਈ ਪੀਲੀ ਜਿਹੀ ਚੀਜ਼ ਹੁੰਦੀ ਹੈ। ਅੱਛਾ। ਬਸ ਫਿਰ ਕਾਗਜ਼ ਉੱਤੇ ਸਿਆਹੀ ਦੀ ਥਾਂ ਇਹਦੇ ਨਾਲ ਇਹ ਅੱਖਰ ਲਿਖ ਦੇਈਦੇ ਨੇ, ਜਿਹੜਾ ਕੋਈ ਲੱਭਦਾ ਨਾ ਹੋਵੇ। ਵਿਚਕਾਰ ਉਹਦਾ ਨਾਂ ਲਿਖ ਦੇਈਦਾ। ਆਹ ਵੇਖ, ਵਿਚਕਾਰ ਉਰਮੀ ਲਿਖਿਆ ਹੋਇਆ। ਮੇਰਾ ਇੱਕ ਸਿਰ ਝੁਕ ਜਿਹਾ ਗਿਆ। ਅੱਖਾਂ ਉਤਾਂ ਕਰਕੇ ਉਹਦੇ ਵੱਲ ਵੇਖਿਆ ਨਾ ਗਿਆ। ਕਮਰੇ 'ਚ ਕੁਝ ਟਾਹਣੀਆਂ ਖਿਲ ਰਹੀਆਂ ਸੀ। ਉਂਝੇ ਇੱਕ ਟਾਹਣੀ ਨੂੰ ਹੱਥਾਂ 'ਚ ਫੜ ਕੇ ਮੈਂ ਉਂਗਲਾਂ ਨੂੰ ਆਰੇ ਜਿਹਾ ਲਾ ਲਿਆ। ਉਹ ਛੇਤੀ ਨਾਲ ਕਹਿਣ ਲੱਗਾ, ਹਾਂ ਸੱਚ, ਇਹ ਅੱਖਰ ਜਿਹੜੀ ਕਲਮ ਨਾਲ ਲਿਖੀ ਦੇ ਨੇ, ਉਹ ਕਲਮ ਚਿੱਟੇ ਕਨੇਰ ਦੀ ਟਾਹਣੀ 'ਚੋਂ ਘੜੀ ਦੀ ਹੈ। ਇਹ ਗੌਤਮ, ਜਿਹਨੇ ਯੂਨੀਵਰਸਿਟੀ ਤੋਂ ਵਜ਼ੀਫਾ ਲਿਆ, ਖੋਜ ਕਰਨ ਲਈ ਅੱਖਾਂ ਭਰ ਆਈਆਂ। ਹੁਣ ਉਹ ਕੰਮ 'ਤੇ ਨਹੀਂ ਜਾਂਦਾ ਸੀ। ਜਿੱਥੇ ਪੜ੍ਹਾਉਂਦਾ ਸੀ, ਮੈਂ ਦੂਜੇ ਦਿਨ ਉੱਥੇ ਜਾ ਕੇ ਉਹਦੀ ਬਿਮਾਰੀ ਦੀ ਦਰਖਾਸਤ ਦੇ ਕੇ ਉਹਦੇ ਲਈ ਛੁੱਟੀਆਂ ਲੈ ਆਇਆ। ਸ਼ਹਿਰ ਵਿੱਚ ਹਸਪਤਾਲ ਬਹੁਤ ਵੱਡਾ ਸੀ। ਮੈਂ ਗਿਆ, ਪਰ ਘੰਟਿਆਂ ਬੱਧੀ ਇਹੀ ਜਾਪਿਆ ਜਿਵੇਂ ਮੈਂ ਬਿਮਾਰ ਤੇ ਜ਼ਖਮੀ ਲੋਕਾਂ ਦੇ ਇੱਕ ਜੰਗਲ 'ਚ ਘਿਰ ਗਿਆ ਹੋਵਾਂ। ਕਈ ਘੰਟੇ ਲਾਈਨ 'ਚ ਖਲੋਤਾ ਰਿਹਾ, ਪਰ ਗਾਂਹ ਕਿਤੇ ਪਹੁੰਚਣ ਦੀ ਥਾਂ ਜਿੱਥੇ ਖਲੋਤਾ ਸਾਂ, ਹਸਪਤਾਲ ਦੇ ਮੁੱਕਦੇ ਵੇਲੇ ਤੱਕ ਵੇਖਿਆ ਕਿ ਮੈਂ ਉੱਥੇ ਖਲੋਤਾ ਹੋਇਆ ਸੀ। ਉਸ ਤੋਂ ਅਗਲੇ ਦਿਨ ਬਹੁਤ ਛੇਤੀ ਲਾਈਨਾਂ ਲੱਗਣ ਤੋਂ ਪਹਿਲਾਂ ਹੀ ਹਸਪਤਾਲ ਦੇ ਬੂਹੇ ਅੱਗੇ ਜਾ ਖਲੋਤਾ। ਹੁਣ ਮੇਰੇ ਅਗਲੇ ਪਾਸੇ ਕੋਈ ਨਹੀਂ ਸੀ, ਪਰ ਪਿੱਛੇ ਇੱਕ ਕਤਾਰ ਹੌਲੀ-ਹੌਲੀ ਵੱਜਣ ਲੱਗ ਪਈ। ਇਹ ਡਾਕਟਰ ਦੇ ਬੂਹੇ ਅੱਗੇ ਖਲੋਣ ਵਾਲੀ ਕਤਾਰ ਨਹੀਂ ਸੀ। ਇਹ ਸਿਰਫ ਉਸ ਮੁਨਸ਼ੀ ਦੇ ਮੇਜ਼ ਅੱਗੇ ਖਲੋਣ ਵਾਲੀ ਕਤਾਰ ਸੀ, ਜਿੱਥੋਂ ਹਸਪਤਾਲ ਦਾ ਕਾਰਡ ਬਣਵਾਉਣਾ ਸੀ। ਹਸਪਤਾਲ ਖੁੱਲ੍ਹਣ ਦਾ ਵੇਲਾ 9 ਵਜੇ ਸੀ, ਪਰ 9:30 ਵੱਜਣ ਵਾਲੇ ਸੀ। ਮੁਨਸ਼ੀ ਕਿਤੇ ਦਿਸਦਾ ਨਹੀਂ ਸੀ। ਮੇਰੇ ਲਈ ਖਲੋਣਾ ਬਹੁਤ ਔਖਾ ਨਹੀਂ ਸੀ, ਕਿਉਂਕਿ ਮੈਂ ਬਿਮਾਰ ਨਹੀਂ ਸੀ। ਮੈਂ ਤਾਂ ਇਹ ਕਾਰਡ ਗੌਤਮ ਲਈ ਬਣਵਾਉਣਾ ਸੀ। ਪਰ ਮੇਰੇ ਪਿੱਛੇ ਲੱਗੀ ਕਤਾਰ 'ਚ ਸਾਰੇ ਬਿਮਾਰ ਆਪ ਆ ਕੇ ਖਲੋਤੇ ਸਨ। ਉਹਨਾਂ ਲਈ ਪੈਰਾਂ ਭਾਰ ਖਲੋਣਾ ਬਹੁਤ ਔਖਾ ਸੀ। ਕਈ ਉੱਥੇ ਹੀ ਆਪਣੇ ਨੰਬਰ ਸਿਰ ਜ਼ਮੀਨ 'ਤੇ ਬਹਿ ਗਏ ਸੀ। ਕਈਆਂ ਦੇ ਮੂੰਹੋਂ ਨਿਕਲਦੀ ਹਾਏ ਹਾਏ ਦੀ ਵੀ ਜਿਵੇਂ ਕਤਾਰ ਵੱਜ ਗਈ ਸੀ। ਪਿਛਾਂਹ ਮੂੰਹ ਕਰਕੇ ਹਾਏ ਹਾਏ ਦੀ ਕਤਾਰ ਨੂੰ ਵੇਖ ਰਿਹਾ ਸੀ ਕਿ ਅਚਾਨਕ ਮੇਰੇ ਮੂੰਹ ਉੱਤੇ ਸੱਜੀ ਗੱਲ੍ਹ ਉੱਤੇ ਮਿੱਟੀ ਘੱਟੇ ਦਾ ਇੱਕ ਵਾਵ ਰੋਲਾ ਜਿਹਾ ਪਿਆ। ਮੂੰਹ ਪਰਤਾ ਕੇ ਵੇਖਿਆ, ਮੁਨਸ਼ੀ ਆ ਗਿਆ ਸੀ ਤੇ ਆਪਣਾ ਮੇਜ਼ ਝਾੜਦਾ ਪਿਆ ਸੀ। ਖੈਰ, ਕਾਰਡ ਬਣ ਗਿਆ। ਮੈਂ ਕਾਰਡ ਹੱਥ 'ਚ ਫੜ ਕੇ ਡਾਕਟਰ ਦੇ ਕਮਰੇ ਦਾ ਨੰਬਰ ਪੁੱਛ ਕੇ ਉਸ ਕਮਰੇ ਬਾਹਰ ਜਾ ਖਲੋਤਾ। ਕਮਰੇ ਅੱਗੇ ਸਟੂਲ ਉੱਤੇ ਬੈਠੇ ਚਪੜਾਸੀ ਦੀ ਮਿੰਨਤ ਕੀਤੀ ਕਿ ਮੈਂ ਡਾਕਟਰ ਸਾਹਿਬ ਦੇ ਮਸਾਂ 2 ਮਿੰਟ ਲੈਣੇ ਆ ਤੇ ਮਰੀਜ਼ ਨੂੰ ਅਜੇ ਨਾਲ ਨਹੀਂ ਲਿਆਇਆ। ਸਿਰਫ ਉਹਦੀ ਹਾਲਤ ਮੈਂ ਇਕੱਲਿਆਂ ਹੋ ਕੇ ਡਾਕਟਰ ਨੂੰ ਦੱਸਣੀ ਹੈ। ਸਿਰਫ 2 ਮਿੰਟ। ਤੇ ਮੈਂ ਕਮਰੇ ਦੀ ਚਿੱਕ ਚੁੱਕ ਕੇ ਜਦੋਂ ਅੰਦਰ ਜਾਣ ਲੱਗਾ, ਚਪੜਾਸੀ ਨੇ ਰੋਕਤਾ। ਵਕਤ ਹੋ ਗਿਆ, ਪਰ ਅਜੇ ਡਾਕਟਰ ਸਾਹਿਬ ਨਹੀਂ ਆਏ। ਮੈਂ ਉਡੀਕਦਾ ਰਿਹਾ, ਭਾਵੇਂ ਮੇਰੇ ਤੋਂ ਅੱਗੇ ਹੋਰ ਕਿਸੇ ਦੀ ਵੀ ਵਾਰੀ ਨਹੀਂ ਸੀ, ਪਰ ਇੰਜ ਜਿਵੇਂ ਮੈਂ ਸਭ ਤੋਂ ਪਿਛਲੀ ਵਾਰੀ ਵਾਲੀ ਥਾਂ 'ਤੇ ਖਲੋਤਾ ਹੋਵਾਂ। ਪੂਰਾ ਇੱਕ ਘੰਟਾ ਲੰਘ ਗਿਆ। ਫਿਰ ਅੰਦਰ ਟੈਲੀਫੋਨ ਦੀ ਘੰਟੀ ਵੱਜੀ। ਚਪੜਾਸੀ ਅੰਦਰ ਜਾ ਕੇ ਟੈਲੀਫੋਨ ਸੁਣ ਆਇਆ। ਬਾਹਰ ਆ ਕੇ ਮੈਨੂੰ ਕਹਿਣ ਲੱਗਾ, ਅੱਜ ਡਾਕਟਰ ਸਾਹਿਬ ਨੇ ਛੁੱਟੀ ਲੈ ਲਈ ਏ, ਹੁਣ ਨਹੀਂ ਆਉਣਗੇ, ਕੱਲ੍ਹ ਆਉਣਾ। ਸਵਾਲ ਕਿਤੇ ਕੋਈ ਕੀਤਾ ਹੀ ਨਹੀਂ ਜਾ ਸਕਦਾ। ਪਤਾ ਨਹੀਂ ਸਾਰੇ ਸਵਾਲਾਂ ਦੇ ਜਵਾਬ ਕਿੱਥੇ ਤੁਰ ਗਏ ਨੇ। ਕਾਲਜ ਤੋਂ ਲਈ ਹੋਈ ਛੁੱਟੀ ਮੇਰੀ ਅੱਜ ਵੀ ਬੇਕਾਰ ਹੋ ਗਈ ਸੀ। ਪ੍ਰਾਈਵੇਟ ਡਾਕਟਰ ਜੋਗੇ ਪੈਸੇ ਕਿਤੇ ਵੀ ਨਹੀਂ ਸੀ ਆ ਸਕਦੇ। 1 ਜਾਂ 2 ਦਿਨ ਦੀ ਫੀਸ ਜੋਗੇ ਹੋ ਜਾਂਦੇ, ਪਰ ਉਹਨੇ ਤਾਂ ਰੋਜ਼ ਦੇ 16 ਰੁਪਈਏ ਲੈਣੇ ਸੀ। ਮਨ ਦੇ ਮਰੀਜ਼ ਨਾਲ 45 ਮਿੰਟ ਗੱਲਾਂ ਕਰਨ ਦੇ 16 ਰੁਪਈਏ।
ਕਾਲਜ ਦਾ ਵੇਲਾ ਲੰਘ ਗਿਆ ਸੀ। ਦੁਪਹਿਰ ਖਾਲੀ ਸੀ। ਮੈਂ ਗੌਤਮ ਵੱਲ ਚਲਾ ਗਿਆ। ਕਿੱਡੀ ਅਜੀਬ ਬੇਤੁਕੀ ਗੱਲ ਹੈ। ਜਾ ਕੇ ਵੇਖਿਆ, ਗੌਤਮ ਦੀ ਵੀ ਉਸੇ ਉਂਗਲੀ ਨੂੰ ਪੱਟੀ ਵੱਜੀ ਸੀ ਜਿਹੜੀ ਉਂਗਲੀ ਨੂੰ ਅਨਾਮਿਕਾ ਆਖਦੇ ਹੈ। ਇਹ ਤੇਰੀ ਉਂਗਲ ਨੂੰ ਕੀ ਹੋਇਆ? ਕੁਛ ਨਹੀਂ, ਮੈਂ ਇਹਦੇ 'ਚੋਂ ਥੋੜ੍ਹਾ ਜਿਹਾ ਲਹੂ ਕੱਢਿਆ ਸੀ। ਅਤੇ ਤੈਨੂੰ ਪਤਾ ਹੈ ਇਸ ਉਂਗਲ ਨੂੰ ਅਨਾਮਿਕਾ ਆਖਦੇ ਨੇ? ਹਾਂ ਪਤਾ ਹੈ, ਇਸੇ ਲਈ ਇਹਦੇ 'ਚ ਲਹੂ ਕੱਢਿਆ ਸੀ। ਇਹ ਵੇਖ। ਉਹਨੇ ਕਮੀਜ਼ ਦਾ ਬਟਨ ਖੋਲ੍ਹ ਕੇ ਆਪਣੀ ਛਾਤੀ ਨਾਲ ਅੜਾਇਆ ਹੋਇਆ ਇੱਕ ਕਾਗਜ਼ ਕੱਢਿਆ, ਜਿਹਦੇ ਉੱਤੇ ਇੱਕ ਚੌਰਸ ਖਾਨਾ ਵਾਹਿਆ ਸੀ ਅਤੇ ਲਹੂ ਨਾਲ ਲਿਖਿਆ ਸੀ ਓਂ ਕਾ ਦੰਗ ਹਿੰਗ ਨਮ ਉਰਮੀ ਮਾਕ੍ਰਸ਼ ਓਂ ਕਲੀ। ਅਤੇ ਗੌਤਮ ਨੇ ਹੁਲਸ ਕੇ ਆਖਿਆ, ਇਹ ਮੰਤਰ ਅਨਾਮਿਕਾ ਉਂਗਲੀ ਦੇ ਲਹੂ ਨਾਲ ਲਿਖ ਕੇ ਛਾਤੀ ਕੋਲ ਰੱਖ ਛੱਡੀਏ ਤਾਂ ਇਹਦੇ ਉੱਤੇ ਜਿਹਦਾ ਨਾਂ ਲਿਖੀਏ ਉਹ ਰਾਤ ਨੂੰ ਜ਼ਰੂਰ ਆਉਂਦਾ ਹੈ। ਮੇਰੇ ਹੋਠ ਕੰਬ ਕੇ ਰਹਿ ਗਏ। ਬੋਲਿਆ ਨਹੀਂ ਗਿਆ। ਅੱਖਾਂ 'ਚ ਆਏ ਅੱਥਰੂ ਸ਼ਾਇਦ ਮੂੰਹ 'ਤੇ ਦਿਸ ਪਏ ਸਨ। ਗੌਤਮ ਨੇ ਹੈਰਾਨ ਹੋ ਕੇ ਪੁੱਛਿਆ, ਤੂੰ ਰੋਣਾ ਕਿਉਂ ਹੈ? ਗੱਚ ਡੁੱਲ ਪਿਆ। ਮੈਂ ਉਹਨੂੰ ਬਾਹਾਂ 'ਚੋਂ ਵਲ ਕੇ ਆਖਿਆ, ਇੱਕ ਅੱਖਾਂ ਤੋਂ ਓਲੇ ਮਰ ਗਈ ਅਤੇ ਦੂਜਾ ਅੱਖਾਂ ਦੇ ਸਾਹਮਣੇ ਮਰਦਾ ਪਿਆ। ਮੈਂ ਕਿੱਥੇ ਜਾਵਾਂ? ਕਾਲਜ ਤੋਂ ਆਇਆ ਤਾਂ ਬੰਦ ਬੂਹੇ 'ਚ ਇੱਕ ਰੁੱਕਾ ਅੜਿਆ ਸੀ ਮੇਰੇ ਮਿਲਟਰੀ ਵਾਲੇ ਚਾਚੇ ਦਾ। ਲਿਖਿਆ ਸੀ, ਸਵੇਰੇ ਮੈਂ ਅਤੇ ਭਰਾ ਦੋਵੇਂ ਆਏ ਸੀ ਪਰ ਬੂਹਾ ਬੰਦ ਸੀ। ਤੂੰ ਕਾਲਜ ਜਾ ਚੁੱਕਾ ਸੀ। ਵਾਪਸ ਆ ਕੇ ਕਮਰੇ 'ਚ ਹੀ ਰਹੀ। ਅਸੀਂ ਦੁਪਹਿਰੀ ਫੇਰ ਆਵਾਂਗੇ। ਕਮਰੇ 'ਚ ਰਹਿਣਾ ਸੀ ਇਸ ਲਈ ਬੈਠਾ ਰਿਹਾ, ਪਰ ਗਿਣਤੀ ਦੇ ਘੰਟਿਆਂ 'ਚ ਲੱਖ ਦਲੀਲਾਂ ਕਿਵੇਂ ਆਉਂਦੀਆਂ ਹਨ ਇਹ ਮੈਨੂੰ ਉਸੇ ਵੇਲੇ ਪਤਾ ਲੱਗਾ। ਚਾਚਾ ਵੀ ਅਤੇ ਪਿਤਾ ਵੀ ਦੋਵੇਂ ਸ਼ਹਿਰ ਅਚਾਨਕ ਕਿਉਂ ਆਏ? ਚਾਚਾ ਛੁੱਟੀਆਂ ਆਇਆ ਹੋਏਗਾ ਜਾਂ ਪਿਤਾ ਨੇ ਕੋਈ ਮੁਸੀਬਤ ਪੈਣ 'ਤੇ ਉਚੇਚਿਆਂ ਬੁਲਾਇਆ ਹੋਏਗਾ। ਕੀ ਪਤਾ ਪੁਲਿਸ ਨੇ ਕੋਈ ਸੁੱਤੀ ਗੱਲ ਜਗਾ ਲਈ ਹੋਵੇ। ਕੀ ਪਤਾ ਉਹ ਸ਼ਹਿਰ ਕਿਸੇ ਵੱਡੇ ਅਫਸਰ ਨੂੰ ਮਿਲਣ ਆਏ ਹੋਣ। ਕੀ ਪਤਾ ਸਾਰੀਆਂ ਹੀ ਖਬਰਾਂ ਗਲਤ ਹੋਣ ਅਤੇ ਉਰਮੀ ਜਿਉਂਦੀ ਹੋਵੇ ਅਤੇ ਹੁਣ ਉਹਦੇ ਬੱਚੇ ਦੇ ਹੋਣ ਵਾਲਾ ਵੇਲਾ ਆ ਗਿਆ ਹੋਵੇ। ਨਿਰਾਸਤਾ ਦੀ ਆਦਤ ਪਾ ਲਈ ਹੋਵੇ ਤਾਂ ਆਸ ਦਾ ਮਾੜਾ ਜਿਹਾ ਝੋਲਾ ਝੱਲਣਾ ਵੀ ਔਖਾ ਹੋ ਜਾਂਦਾ ਹੈ। ਉਰਮੀ ਦੇ ਜਿਉਂਦੇ ਹੋਣ ਦੀ ਕਲਪਨਾ ਨੇ ਮੇਰੇ ਲੂੰ ਨਾਲ ਬਿਜਲੀ ਛੋਹ ਦਿੱਤੀ। ਮੈਂ ਜਿਵੇਂ ਉੱਥੇ ਹੀ ਬੈਠਾ ਸੀ ਅਤੇ ਮੇਰੇ ਪੈਰ ਸਾਰੇ ਸ਼ਹਿਰ 'ਚ ਦੌੜਦੇ ਪਏ ਸਨ, ਉਰਮੀ ਨੂੰ ਲੱਭਦੇ ਪਏ ਸਨ। ਸ਼ਾਇਦ ਉਹਨੂੰ ਹਸਪਤਾਲ ਲੈ ਗਏ ਹੋਣ। ਇਹ ਵੇਲਾ ਪਿੰਡ ਵਿੱਚ ਤਾਂ ਨਹੀਂ ਸੀ ਕੱਟਿਆ ਜਾ ਸਕਦਾ, ਪਰ ਇੰਨੇ ਦਿਨ ਉਰਮੀ ਨੂੰ ਰੱਖਿਆ ਕਿੱਥੇ? ਪਰਛਾਵਿਆਂ 'ਚ ਲੀਕਾਂ ਭਰਨ ਲੱਗ ਪਈਆਂ। ਅਚਾਨਕ ਇੱਕ ਰੰਗ ਜਿਹਾ ਭਰ ਗਿਆ। ਹਾਂ, ਚਾਚਾ ਜੀ ਨੂੰ ਮਿਲਟਰੀ ਹਸਪਤਾਲ 'ਚ ਸਾਰੀਆਂ ਹੀ ਸਹੂਲਤਾਂ ਮਿਲ ਸਕਦੀਆਂ, ਇਸ ਲਈ ਚਾਚਾ ਜੀ ਨੂੰ ਬੁਲਾਇਆ ਹੋਏਗਾ। ਇਹ ਵੇਲਾ ਹੋਰ ਲੰਘਾਇਆ ਵੀ ਕਿਵੇਂ ਜਾ ਸਕਦਾ? ਅਤੇ ਮੇਰੇ ਕਮਰੇ 'ਚ ਬੈਠੇ ਹੋਏ ਦੇ ਪੈਰ ਜਿਵੇਂ ਗੌਤਮੀ ਨੂੰ ਲੱਭਣ ਲਈ ਦੌੜ ਪਏ। ਕਮਰੇ ਦਾ ਬੂਹਾ ਹਿੱਲਿਆ। ਮੇਰੀਆਂ ਅੱਖਾਂ ਜਿਵੇਂ ਬੂਹੇ ਨਾਲ ਹੀ ਜੰਮੀਆਂ ਹੋਈਆਂ ਸੀ। ਵੇਖਿਆ, ਸਾਹਮਣੇ ਚਾਚਾ ਜੀ ਸਨ। ਕੀ ਹਾਲ ਏ ਬਰਖੁਰਦਾਰ? ਚਾਚਾ ਜੀ ਇਹ ਕਹਿੰਦੇ ਕਮਰੇ 'ਚ ਲੰਘ ਆਏ। ਉਹਨਾਂ ਮੇਰੇ ਸਿਰ 'ਤੇ ਪਿਆਰ ਦਿੱਤਾ। ਮੈਂ ਅਜੇ ਵੀ ਉਹਨਾਂ ਦੇ ਪਿੱਛੇ ਖਾਲੀ ਬੂਹੇ ਨੂੰ ਵੇਖ ਰਿਹਾ ਸਾਂ, ਪਰ ਉਹ ਇਕੱਲੇ ਸਨ। ਪੁੱਛਿਆ, ਪਿਤਾ ਜੀ? ਉਹ ਅਜੇ ਹਸਪਤਾਲ ਨੇ। ਮੈਂ ਹੁਣੇ ਫਿਰ ਘੰਟੇ ਨੂੰ ਹਸਪਤਾਲ ਜਾਵਾਂਗਾ। ਚਾਚਾ ਜੀ ਕਹਿ ਰਹੇ ਸਨ ਕਿ ਜਾਪਿਆ ਮੇਰਾ ਦਿਲ ਛਾਤੀ 'ਚ ਸੰਭਲਦਾ ਨਹੀਂ ਸੀ ਪਿਆ। ਜੋ ਸੋਚਿਆ ਸੀ ਉਹ ਠੀਕ ਸੀ। ਉਰਮੀ ਸੱਚਮੁੱਚ ਜਿਉਂਦੀ ਸੀ। ਮੂੰਹ ਨਿਕਲਿਆ, ਮਿਲਟਰੀ ਹਸਪਤਾਲ? ਹਾਂ ਬਈ, ਚਾਚਾ ਜੀ ਮੰਜੀ 'ਤੇ ਬਹਿੰਦੇ ਆਖਣ ਲੱਗੇ। ਉੱਥੇ ਹੀ ਕੁਝ ਸੁਣਵਾਈ ਹੋ ਸਕਦੀ ਸੀ। ਦੂਜੇ ਹਸਪਤਾਲਾਂ 'ਚ ਸਾਨੂੰ ਕੌਣ ਪੁੱਛਦਾ? ਅੱਖਾਂ 'ਚ ਖੌਰੇ ਪਾਣੀ ਆ ਗਿਆ ਸੀ। ਮੈਨੂੰ ਚਾਚਾ ਜੀ ਦਾ ਮੂੰਹ ਦਿਸਣੋਂ ਰਹਿ ਗਿਆ। ਕਮਰਾ ਵੀ ਨਹੀਂ ਸੀ ਦਿਸ ਰਿਹਾ। ਸਭ ਕੁਝ ਜਿਵੇਂ ਪਾਣੀ 'ਚ ਖੁਰ ਗਿਆ ਹੋਵੇ ਅਤੇ ਅੱਖਾਂ ਦੇ ਪਾਣੀ 'ਚ ਉਰਮੀ ਦਾ ਮੂੰਹ ਭਰ ਆਇਆ। ਵੇਖੀ ਜਾ ਰਿਹਾ ਸੀ ਕਿ ਅੱਖਾਂ ਨਹੀਂ ਸੀ ਝਮਕਦਾ ਕਿ ਉਹਦਾ ਮੂੰਹ ਫੇਰ ਕਿਤੇ ਲੋਪ ਨਾ ਹੋ ਜਾਏ। ਅੱਖਾਂ ਦਾ ਪਾਣੀ ਖੌਰੇ ਮੂੰਹ 'ਤੇ ਡੁੱਲ ਪਿਆ ਸੀ। ਚਾਚਾ ਜੀ ਨੇ ਮੈਨੂੰ ਬਾਹੋਂ ਫੜ ਕੇ ਮੰਜੀ ਦੇ ਕੋਲ ਬਿਠਾਉਂਦਿਆਂ ਆਖਿਆ, ਫਿਕਰ ਨਾ ਕਰ, ਭਰਾ ਰਾਜੀ ਹੋ ਜਾਏਗਾ। ਕੀ? ਮੇਰੀ ਹੋਸ਼ ਨੂੰ ਜਿਵੇਂ ਠੇਡਾ ਲੱਗ ਗਿਆ ਹੋਵੇ। ਉਂਝ ਤਾਂ ਭਰਾ ਦੀ ਹੋਸ਼ ਆਵਾਜ਼ ਠੀਕ ਨੇ, ਬਸ ਕੰਨਾਂ ਉੱਤੇ ਝੱਪੇ ਆ ਗਏ ਨੇ, ਸੁਣੀਂਦਾ ਕੁਝ ਨਹੀਂ। ਉਰਮੀ ਦਾ ਮੂੰਹ ਮੇਰੀਆਂ ਅੱਖਾਂ ਅੱਗੇ ਰੇਤ ਦੇ ਮਹਿਲ ਵਾਂਗ ਘਿਰ ਗਿਆ। ਮੈਂ ਜਿਵੇਂ ਡੌਰ ਭੌਰ ਸਾਹਮਣੇ ਵੇਖ ਰਿਹਾ ਸੀ। ਤੂੰ ਜਦੋਂ ਪਿਛਲੀ ਵਾਰ ਪਿੰਡ ਗਿਆ ਸੈਂ, ਭਰਾ ਨੂੰ ਕੋਈ ਤਕਲੀਫ ਜਾਪਦੀ ਸੀ? ਚਾਚਾ ਜੀ ਨੇ ਪੁੱਛਿਆ। ਨਹੀਂ। ਗੱਲ ਕੁਝ ਉੱਚੀ ਸੁਣਦਾ ਸੀ? ਨਹੀਂ। ਤੇਰੀ ਮਾਂ ਵੀ ਇਹੋ ਆਖਦੀ ਸੀ। ਬਸ ਇੱਕ ਦਿਨ ਸੁੱਤਾ ਉੱਠਿਆ ਤਾਂ ਕੰਨਾਂ 'ਚ ਕੁਝ ਸੁਣੇਵੇਂ ਹੀ ਨਾ। ਕੋਈ ਸੱਟ ਲੱਗੀ ਨਾ, ਕੰਨ 'ਚ ਕੋਈ ਫੋੜਾ ਫਿੰਮਣੀ। ਚਾਚਾ ਜੀ ਨੇ ਗਲ ਦਾ ਕੋਟ ਲਾਹ ਕੇ ਪਾਵੇ ਕੋਲ ਰੱਖ ਦਿੱਤਾ ਅਤੇ ਮੰਜੀ 'ਤੇ ਜ਼ਰਾ ਸੌਖੇ ਜਿਹੇ ਹੋ ਕੇ ਬਹਿੰਦੇ ਆਖਣ ਲੱਗੇ, ਇਹ ਤਾਂ ਸਬੌਕੀ ਮੈਂ ਆ ਗਿਆ। ਉਂਝ ਉਹ ਠੀਕ ਸੀ। ਉੱਠ ਕੇ ਉਹਨੇ ਮੈਨੂੰ ਜੱਫੀ ਪਾਈ, ਪਰ ਉਹਨੂੰ ਕੰਨੀ ਕੁਝ ਵੀ ਨਾ ਸੁਣੀ ਵੇ। ਮੈਂ ਉਹਦੇ ਕੰਨਾਂ ਨਾਲ ਮੂੰਹ ਲਾ ਕੇ ਉੱਚੀ ਵੀ ਬੋਲਿਆ, ਪਰ ਉਹ ਅੱਗੋਂ ਹੱਥ ਲੱਗ ਛੱਡੇ
ਕਿ ਕੁਛ ਨਹੀਂ ਸੁਣੀਂਦਾ, ਇਹ ਪਤਾ ਨਹੀਂ ਰੱਬ ਦਾ ਕੀ ਭਾਣਾ ਹੈ। ਮੈਂ ਜਦੋਂ ਗਿਆ ਸਾਂ ਉਦੋਂ ਠੀਕ ਸਨ, ਮੈਂ ਦੱਸਿਆ, ਤੇ ਤੇਰੀ ਮਾਂ ਵੀ ਇਹੋ ਕਹਿੰਦੀ ਸੀ। ਬਸ ਜਿਸ ਦਿਨ ਤੂੰ ਆਇਆ ਉਸ ਤੋਂ ਦੂਜੇ ਦਿਨ ਵੀ ਇਹ ਹੋ ਗਿਆ। ਫਿਰ ਕੰਨਾਂ ਦੇ ਪਰਦੇ ਵਿਖਾਣੇ ਸਨ ਵੀ ਪਾਠ ਤਾਂ ਨਹੀਂ ਗਏ। ਸੋ ਮਸਾਂ ਮਨਾ ਕੇ ਸ਼ਹਿਰ ਲਿਆਇਆ। ਘਰ ਕੁਝ ਦਾਰੂ ਦਰਮਲ ਵੀ ਕੀਤਾ। ਪਹਿਲੇ ਕੌੜਾ ਤੇਲ ਤੱਤਾ ਕਰਕੇ ਕੰਨਾਂ 'ਚ ਪਾਇਆ, ਫਿਰ ਰਾਤੀ ਬਰਾਂਡੀ ਦੀਆਂ 2-4 ਬੂੰਦਾਂ ਤੱਤੀਆਂ ਕਰਕੇ ਪਾਈਆਂ, ਪਰ ਅੰਦਰ ਕੋਈ ਫਿਮਣੀ ਨਹੀਂ ਦਿਸਦੀ, ਨਾ ਉਹਨੂੰ ਪੀੜ ਹੁੰਦੀ ਹੈ। ਸੋ ਡਾਕਟਰ ਵੇਖਦਾ ਪਿਆ। 4 ਵਜੇ ਜਾਵਾਂਗੇ, ਫਿਰ ਸ਼ਾਇਦ ਕੁਝ ਪਤਾ ਲੱਗੇ। ਸੋਰਮੀ ਨਾ ਹੈ ਸੀ ਨਾ ਹੋਵੇਗੀ। ਤੁਸੀਂ ਰੋਟੀ ਖਾਓਗੇ? ਹੇਠੋਂ ਬਾਜ਼ਾਰ 'ਚੋਂ ਲੈ ਆਵਾਂ? ਮੈਂ ਚਾਚਾ ਜੀ ਨੂੰ ਪੁੱਛਿਆ। ਨਾ ਬਈ, ਰੋਟੀ ਤਾਂ ਮੈਂ ਆਉਂਦਾ ਰਾਹ 'ਚ ਖਾ ਆਇਆ। ਜਾਣ ਲੱਗਿਆਂ ਚਾਹ ਦਾ ਘੁੱਟ ਜ਼ਰੂਰ ਪੀਆਂਗਾ, ਪਰ ਅਜੇ ਨਹੀਂ, ਚਾਚਾ ਜੀ ਨੇ ਆਖਿਆ। ਤੇ ਫਿਰ ਅੱਧਾ ਕੁ ਥੰਮ ਕੇ ਆਖਣ ਲੱਗੇ, ਘੜੀ ਕੁ ਤੇਰੇ ਨਾਲ ਵੀ ਗੱਲਾਂ ਕਰਨੀਆਂ ਨੇ। ਦੱਸੋ, ਸੱਚੋ ਸੱਚ ਦੱਸੇਂਗਾ ਨਾ? ਤੁਹਾਨੂੰ ਇਹ ਵੀ ਪੁੱਛਣ ਦੀ ਲੋੜ ਪੈ ਗਈ। ਇੱਕ ਬੜਾ ਹੀ ਕੌੜਾ ਜਿਹਾ ਹਾਸਾ ਆਇਆ। ਸਾਡੀ ਕੁੜੀ ਕਿੱਥੇ ਵੇ? ਕੁਝ ਵੀ ਹੋਵੇ, ਆਖਰ ਆਪਣੀ ਧੀ ਏ, ਕਿਸੇ ਦੀ ਭੈਣ ਏ, ਕਿਸੇ ਦੀ ਧੀ ਏ, ਪਰ ਸ਼ਾਇਦ ਕਿਸੇ ਦੀ ਵੀ ਕੁਝ ਨਹੀਂ ਸੀ। ਮੂੰਹ 'ਚ ਆਈ ਹੋਈ ਕੌੜ ਮੂੰਹ ਨਿਕਲ ਗਈ, ਪਰ ਲੱਗਾ ਮੈਨੂੰ ਕੁਝ ਨਹੀਂ ਸੀ ਕਹਿਣਾ ਚਾਹੀਦਾ। ਸੁਣਿਆ ਉੱਥੇ ਅਗਲਿਆਂ ਦੇ ਘਰ ਰਾਜੀ ਨਹੀਂ ਸੀ। ਚਾਚਾ ਜੀ ਨੇ ਫਿਰ ਮੈਨੂੰ ਖਰੋਚਿਆ। ਤੁਸੀਂ ਆਏ ਤਾਂ ਸੀ ਵਿਆਹ ਵੇਲੇ, ਤੁਹਾਨੂੰ ਪਤਾ ਹੀ ਹੈ ਕਿ ਉਹਦਾ ਬੰਨ੍ਹ ਕੇ ਵਿਆਹ ਕੀਤਾ ਸੀ। ਮੈਂ ਤਾਂ ਉਦੋਂ ਛੋਟਾ ਸੀ, ਤੁਹਾਨੂੰ ਜ਼ਿਆਦਾ ਪਤਾ ਹੋਏਗਾ। ਮੈਂ ਜਵਾਬ ਦਿੱਤਾ, ਆਹੋ ਆਹੋ। ਚਾਚਾ ਜੀ ਨੇ ਕੁਝ ਸੋਚ ਕੇ ਆਖਿਆ। ਕੰਨਾਂ 'ਚ ਭਿਣਕ ਤਾਂ ਪਈ ਸੀ ਵੀ ਉਹਦੀ ਮਰਜ਼ੀ ਕਿਸੇ ਹੋਰ ਥਾਂ ਏ, ਪਰ ਅਸਾਂ ਆਪਣੇ ਵੱਲੋਂ ਤਾਂ ਉਹਦਾ ਹੀ ਭਲਾ ਵੇਖਿਆ। ਬੜਾ ਸਰਦਾ ਘਰ ਲੱਭਿਆ ਸੀ। ਮੈਂ ਕੁਝ ਨਹੀਂ ਆਖਿਆ। ਚਾਚਾ ਜੀ ਕਹਿਣ ਲੱਗੇ, ਅੰਦਰ ਵੜ ਕੇ ਭਾਬੀ ਨੇ ਮੈਨੂੰ ਦੱਸਿਆ ਸੀ ਭਈ ਉਹਦੀ ਜਿੱਥੇ ਮਰਜ਼ੀ ਏ, ਉਹਦਾ ਘਰ ਟਿਕਾਣਾ ਕੋਈ ਨਹੀਂ। ਮਾਂ ਪਿਓ ਉਹਦੇ ਸਿਰ 'ਤੇ ਨਹੀਂ, ਘਰ ਮਤਰਿਆ ਭਰਾ ਏ, ਉਹਨੂੰ ਕੌਡੀ ਦੁਆਲ ਨਹੀਂ। ਅੱਖੀਂ ਵੇਖ ਕੇ ਕੁੜੀ ਨੂੰ ਉੱਥੇ ਧੱਕਾ ਕਿਵੇਂ ਦੇ ਦਿੰਦੇ? ਕਹਿਣ ਨੂੰ ਬਹੁਤ ਕੁਝ ਸੀ, ਪਰ ਕੀ ਆਖਦਾ। ਚਾਚਾ ਜੀ ਮੰਜੀ 'ਤੇ ਨਿਸਲ 'ਚ ਪਏ ਸੀ, ਫਿਰ ਉੱਠ ਕੇ ਬਹਿ ਗਏ। ਆਖਣ ਲੱਗੇ, ਇੱਥੇ ਤੇਰੇ ਕੋਲ ਆ ਕੇ ਸ਼ਹਿਰ 'ਚ ਫਿਰ ਪੜ੍ਹਨ ਲੱਗ ਪਈ ਸੀ? ਸਿਰ ਹਿਲਾ ਕੇ ਹਾਂ ਆਖਿਆ। ਸੁਣਿਆ ਉਹ ਜਣਾ ਵੀ ਇੱਥੇ ਸ਼ਹਿਰ 'ਚ ਸੀ? ਮੈਂ ਸਿਰ ਹਿਲਾ ਕੇ ਹਾਂ ਆਖਿਆ। ਪਰ ਉਹ ਜੇ ਮਰਦ ਦਾ ਪੁੱਤਰ ਸੀ ਤਾਂ ਸਿੱਧੀ ਤਰ੍ਹਾਂ ਉਹਦੀ ਬਾਂਹ ਫੜਦਾ, ਮੇਰੇ ਸਾਹਮਣੇ ਤੇ ਤੇਰੇ ਪਿਓ ਸਾਹਮਣੇ ਆ ਕੇ ਗੱਲ ਕਰਦਾ। ਅਸੀਂ ਉਹ ਜਾਣੇ ਜਿੱਥੇ ਕੁੜੀ ਦਾ ਮਨ ਨਹੀਂ ਸੀ ਮੰਨਦਾ, ਉੱਥੋਂ ਸਾਕ ਤੁੜਵਾ ਦਿੰਦੇ। ਪਰ ਉਹ ਚੋਰਾਂ ਵਾਂਗ ਕਾਹਨੂੰ ਲੈ ਗਿਆ? ਤੇ ਚਾਚਾ ਜੀ ਇੱਕੋ ਸਾਏ ਫੇਰ ਕਹਿਣ ਲੱਗੇ, ਲੈ ਵੀ ਗਿਆ ਤਾਂ ਪਿਓ ਦਾ ਪੁੱਤਰ ਹੁੰਦਾ, ਉਹਦੀ ਲਾਜ ਰੱਖਦਾ, ਉਹਨੂੰ ਅੱਗੇ ਕਿਤੇ। ਚਾਚਾ ਜੀ, ਮੈਂ ਚੀਖ ਜਿਹਾ ਪਿਆ, ਫਿਰ ਸੰਭਲ ਕੇ ਆਖਿਆ, ਇਹ ਸਾਰਾ ਕੁਝ ਤੁਸੀਂ ਕਿੱਥੋਂ ਸੁਣ ਕੇ ਆਏ ਹੋ? ਚਾਚਾ ਜੀ ਕਿੰਨਾ ਚਿਰ ਮੇਰੇ ਮੂੰਹ ਵੱਲ ਤੱਕਦੇ ਰਹੇ, ਫਿਰ ਕਹਿਣ ਲੱਗੇ, ਭਰਾ ਵੀ ਇਹੋ ਕਹਿੰਦਾ ਹੈ ਤੇ ਸਾਰਾ ਪਿੰਡ ਵੀ। ਮਨ ਬੜਾ ਦਲਗੀਰ ਜਿਹਾ ਹੋ ਗਿਆ। ਮੈਂ ਇੰਨਾ ਹੀ ਆਖ ਸਕਿਆ, ਉਰਮੀ ਇਹੋ ਜਿਹੀ ਨਹੀਂ ਸੀ, ਨਾ ਉਹ ਬੰਦਾ। ਚਾਚਾ ਜੀ ਦਲੀਲਾਂ 'ਚ ਪਏ ਰਹੇ, ਫਿਰ ਆਖਣ ਲੱਗੇ, ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ। ਤੇਰੀ ਚਾਚੀ ਨੇ ਤਾਂ ਕੁਝ ਹੋਰ ਵੀ ਸੁਣਿਆ। ਲੋਕ ਮੂੰਹਾਂ ਉੱਤੇ ਕੁਝ ਨਹੀਂ ਕਹਿੰਦੇ, ਪਰ ਪਿੱਠ ਪਿੱਛੇ ਕਈ ਗੱਲਾਂ ਕਰਦੇ ਨੇ। ਤੇ ਫਿਰ ਅਚਾਨਕ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗੇ, ਤੂੰ ਵੀ ਤਾਂ ਹੁਣ ਅਣਜਾਣ ਨਹੀਂ। ਤੂੰ ਦੱਸ, ਤੇਰਾ ਕਿਆਸ ਕੀ ਕਹਿੰਦਾ ਹੈ? ਮੈਂ ਅਜੇ ਕੁਝ ਨਹੀਂ ਸੀ ਆਖਿਆ ਕਿ ਚਾਚਾ ਜੀ ਪੁੱਛਣ ਲੱਗੇ, ਤੂੰ ਤਾਂ ਸ਼ਹਿਰ ਵਿੱਚ ਸੈਂ, ਤੂੰ ਕਦੇ ਉਹਨੂੰ ਵੇਖਿਆ ਹੋਏਗਾ, ਤੈਨੂੰ ਉੱਥੇ ਵੀ ਉਹ ਉਦਾਸ ਲੱਗਦੀ ਸੀ? ਨਹੀਂ ਚਾਚਾ ਜੀ, ਉੱਥੇ ਬਹੁਤ ਖੁਸ਼ ਸੀ। ਫਿਰ ਇਹ ਤਾਂ ਠੀਕ ਨਹੀਂ ਜਾਪਦਾ ਕਿ ਉਹਨੇ ਆਪਣਾ ਘਾਤ ਆਪੇ ਕਰ ਲਿਆ ਹੋਵੇ। ਬਿਲਕੁਲ ਨਹੀਂ। ਫਿਰ ਤੇਰਾ ਕੀ ਖਿਆਲ ਹੈ ਵੀ ਕਿਸੇ ਨੇ ਜ਼ੋਰੀ ਉਹਨੂੰ? ਉਹਦੇ ਨਾਲ ਜੋ ਕੁਝ ਵੀ ਹੋਇਆ ਜ਼ਰੂਰ ਕਿਸੇ ਜ਼ੋਰੀ ਕੀਤਾ ਹੈ। ਸ਼ਾਇਦ ਉਹਨਾਂ ਅਗਲਿਆਂ ਨੇ ਤੈਸ਼ 'ਚ ਆ ਕੇ। ਇਹ ਮੈਨੂੰ ਕੁਝ ਪਤਾ ਨਹੀਂ। ਲੋਕ ਤਾਂ ਚਾਚਾ ਜੀ ਨੇ ਜਿਵੇਂ ਆਪਣੀ ਜੀਭ ਟੁੱਕ ਲਈ। ਨਹੀਂ, ਮੈਂ ਇਹ ਨਹੀਂ ਮੰਨ ਸਕਦਾ। ਪਤਾ ਨਹੀਂ ਚਾਚਾ ਜੀ ਨੇ ਕੀ ਸੁਣਿਆ ਸੀ ਤੇ ਕਹਿਣ ਲੱਗੇ ਸਨ, ਪਰ ਫਿਰ ਵੀ ਪੁੱਛਿਆ, ਕੀ? ਮੇਰਾ ਭਰਾ ਇਹੋ ਜਿਹੀ ਗੱਲ ਨਹੀਂ ਕਰ ਸਕਦਾ। ਤੇ ਆਵਾਜ਼ ਉੱਤੇ ਜ਼ੋਰ ਜਿਹਾ ਪਾ ਕੇ ਕਹਿਣ ਲੱਗੇ, ਉਹਦਾ ਮਨ ਕਿਤੇ ਲੱਗਾ ਹੋਇਆ ਸੀ, ਇਹ ਗੱਲ ਤਾਂ ਸਮਝ ਆਉਂਦੀ ਏ, ਪਰ ਸਾਡੀ ਕੁੜੀ ਇਹੋ ਜਿਹੀ ਨਹੀਂ ਸੀ ਵੀ ਇੱਕ ਨੂੰ ਛੱਡ ਕੇ ਦੂਜੇ ਕੋਲ ਤੇ ਦੂਜੇ ਨੂੰ ਛੱਡ ਕੇ ਤੀਜੇ ਕੋਲ। ਨਹੀਂ ਚਾਚਾ ਜੀ, ਉਹਦੇ ਘਰ ਤਾਂ ਬੱਚਾ ਹੈ। ਕੀ ਆਖੇ? ਬਸ 2-3 ਮਹੀਨੇ ਰਹਿੰਦੇ ਸਨ। ਉਹ ਬੰਦਾ ਤਾਂ ਉਹਨੂੰ ਲੱਭਦਾ ਪਾਗਲ ਹੋਇਆ ਫਿਰਦਾ। ਚਾਚਾ ਜੀ ਕਿੰਨਾ ਚਿਰ ਮੱਥੇ ਨੂੰ ਫੜ ਕੇ ਬੈਠੇ ਰਹੇ। 4 ਵੱਜਣ ਲੱਗੇ ਨੇ ਚਾਚਾ ਜੀ। ਮੈਂ ਹੱਥ ਦੀ ਘੜੀ ਵੱਲ ਵੇਖਿਆ। ਅੱਛਾ ਚੱਲ ਫਿਰ ਚੱਲੀਏ। ਤੂੰ ਮੇਰੇ ਨਾਲ ਚੱਲੇਂਗਾ ਨਾ? ਚੱਲਾਂਗਾ। 10 ਮਿੰਟ ਠਹਿਰ ਜਾ, ਮੇਰਾ ਜੀ ਕੁਛ ਟਿਕਾਣੇ ਨਹੀਂ ਆਉਂਦਾ ਪਿਆ। ਉਹ ਫਿਰ ਮੰਜੀ ਉੱਤੇ ਅੱਧ ਲੇਟੇ ਜੇ ਹੋ ਗਏ। ਤੁਸੀਂ ਆਖਿਆ ਸੀ ਚਾਹ ਦਾ ਘੁੱਟ,
ਨਹੀਂ, ਇਸ ਵੇਲੇ ਨਹੀਂ। ਕਹਿੰਦੇ ਉਹ ਫਿਰ ਮੰਜੀ ਉੱਤੋਂ ਉੱਠ ਬੈਠੇ ਅਤੇ ਮੈਨੂੰ ਮੋਢੇ ਤੋਂ ਫੜ ਕੇ ਕਹਿਣ ਲੱਗੇ, ਇਹ ਜ਼ਰੂਰ ਉਹ ਕੀਨੀਆਂ ਵਾਲੇ ਹੋਣਗੇ। ਉਹਨਾਂ ਕੋਲ ਪੈਸਾ ਵੀ ਆਖਰਾਂ ਦਾ ਹੈ। ਪੈਸੇ ਦੇ ਜ਼ੋਰ ਸਭ ਕੁਝ ਹੋ ਸਕਦਾ ਹੈ। ਉਹ ਪੁਲਿਸ ਦੀਆਂ ਅੱਖਾਂ 'ਚ ਵੀ ਮਿੱਟੀ ਪਾ ਸਕਦੇ ਨੇ। ਮੈਂ ਮੰਜੀ ਦੇ ਪਾਵੇ ਉੱਤੇ ਝੁੱਕ ਕੇ ਉਹਨਾਂ ਦਾ ਕੋਟ ਫੜਾਇਆ ਅਤੇ ਕੋਟ ਨੂੰ ਗਲ 'ਚ ਪਾਉਂਦੇ ਆਖਣ ਲੱਗੇ, ਮੇਰੇ ਭਰਾ ਦਾ ਲਹੂ ਚਿੱਟਾ ਨਹੀਂ ਹੋ ਸਕਦਾ। ਨਹੀਂ ਨਹੀਂ। ਮੈਂ ਅਤੇ ਚਾਚਾ ਜੀ ਜਦੋਂ ਹਸਪਤਾਲ ਪਹੁੰਚੇ, ਡਾਕਟਰ ਨੇ ਆਪਣੀ ਰਿਪੋਰਟ ਲਿਖ ਕੇ ਰੱਖੀ ਹੋਈ ਸੀ ਅਤੇ ਪਿਤਾ ਜੀ ਇੱਕ ਬੈਂਚ ਉੱਤੇ ਬੈਠੇ ਉਂਗਲਾਉਂਦੇ ਪਏ ਸਨ। ਮੈਂ ਕੋਲ ਜਾ ਕੇ ਖਲੋ ਗਿਆ ਤਾਂ ਉਹ ਜਾਗ ਪਏ। ਪੁੱਛਦਾ ਪਿਆ ਸਾਂ, ਡਾਕਟਰ ਨੇ ਕੀ ਆਖਿਆ ਹੈ? ਕਿ ਜਾਪਿਆ ਉਹਨਾਂ ਨੂੰ ਉੱਕਾ ਕੁਝ ਸੁਣਾਈ ਨਹੀਂ ਸੀ ਦੇ ਰਿਹਾ। ਉਹਨਾਂ ਨੇ ਆਪਣੇ ਕੰਨ ਕੋਲ ਹੱਥ ਲਾ ਕੇ ਹਿਲਾਇਆ, ਇਸ਼ਾਰੇ ਨਾਲ ਦੱਸਿਆ, ਕੁਝ ਨਹੀਂ ਸੁਣੀਂਦਾ। ਮੈਂ ਅਤੇ ਚਾਚਾ ਜੀ ਡਾਕਟਰ ਕੋਲੋਂ ਕੰਨਾਂ ਦੀ ਰਿਪੋਰਟ ਸਮਝਦੇ ਰਹੇ। ਕੰਨਾਂ ਦੀਆਂ ਸਾਰੀਆਂ ਨਾੜਾਂ ਅਤੇ ਪਰਦੇ ਠੀਕ ਨੇ, ਕਿਤੇ ਕੋਈ ਜ਼ਖਮ ਜਾਂ ਖਰੀਂਡ ਨਹੀਂ, ਜਿਸਮਾਨੀ ਨੁਕਸ ਕਿਤੇ ਨਹੀਂ। ਸ਼ਾਇਦ ਹੁਣ ਹੋਰ ਕੁਝ ਪੁੱਛਣ ਜਾਂ ਸਮਝਣ ਜੋਗਾ ਨਹੀਂ ਸੀ। ਦੂਜੇ ਦਿਨ ਬੜੀ ਸਵੇਰੇ ਅਜੇ ਸੁੱਤਾ ਪਿਆ ਸਾਂ, ਕਮਰੇ ਦਾ ਬੂਹਾ ਖੜਕਿਆ। ਉੱਠ ਕੇ ਬੂਹਾ ਖੋਲ੍ਹਿਆ, ਬਾਹਰ ਗੌਤਮ ਖੜ੍ਹਾ ਸੀ। ਉਹ ਕਮਰੇ ਦੀਆਂ ਮੁਹਾਠਾਂ ਲੰਘ ਆਇਆ, ਪਰ ਬੈਠਾ ਨਹੀਂ। ਉਸੇ ਤਰ੍ਹਾਂ ਖਲੋਤਾ ਖਲੋਤਾ ਆਖਣ ਲੱਗਾ, ਭੋਜ ਪੱਤਰ ਚਾਹੀਦਾ, ਛੋਟਾ ਜਿਹਾ ਟੁਕੜਾ ਕਿੱਥੋਂ ਮਿਲੇਗਾ? ਸਿਵਾ ਇਹ ਤੋਂ ਕੁਝ ਨਹੀਂ ਸੀ ਆਖਿਆ ਜਾ ਸਕਦਾ। ਕਿਤੋਂ ਲੱਭਾਂਗਾ? ਤੂੰ ਇੱਥੇ ਮੰਜੀ 'ਤੇ ਬੈਠ, ਮੈਂ ਹੇਠੋਂ ਬਾਜ਼ਾਰ 'ਚੋਂ 2 ਪਿਆਲੇ ਚਾਹ ਲੈ ਆਵਾਂ। ਨਹੀਂ, ਵਕਤ ਬੜਾ ਥੋੜ੍ਹਾ ਹੈ। ਉਸੇ ਤਰ੍ਹਾਂ ਖਲੋਤਾ ਰਿਹਾ। ਕਿੱਥੇ ਜਾਣਾ ਐਡੀ ਜਲਦੀ? ਜਾਣਾ ਨਹੀਂ, ਪਰ ਤੈਨੂੰ ਪਤਾ ਅੱਜ ਕੀ ਤਰੀਕ ਹੋ ਗਈ ਹੈ? ਅੱਜ 22 ਜਨਵਰੀ। ਉਰਮੀ 22 ਅਕਤੂਬਰ ਨੂੰ ਗਈ ਸੀ। ਮਨ 'ਚ ਆਇਆ ਗੌਤਮ ਨੂੰ ਉਹ ਤਰੀਕ ਠੀਕ ਚੇਤੇ ਸੀ। ਸ਼ਾਇਦ ਉਹਦੇ ਅੰਦਰ ਦਾ ਤਵਾਜ਼ਨ ਬਹੁਤ ਨਹੀਂ ਸੀ ਵਿਗੜਿਆ ਅਤੇ ਸ਼ਾਇਦ ਹੁਣ ਉਹ ਠੀਕ ਹੋ ਰਿਹਾ ਸੀ। ਉਹ ਕਹਿਣ ਲੱਗਾ, ਜਦੋਂ ਉਰਮੀ ਨੂੰ 7ਵਾਂ ਮਹੀਨਾ ਲੱਗਾ ਸੀ, ਇਹਦਾ ਮਤਲਬ ਕਿ ਹੁਣ ਪੂਰੇ ਦਿਨ ਹੋ ਗਏ ਹੋਣਗੇ। ਬਸ ਅੱਜ ਜਾਂ ਕੱਲ੍ਹ ਸਾਡਾ ਬੱਚਾ। ਮੇਰੇ ਕੋਲੋਂ ਅੱਗੇ ਨਹੀਂ ਸੁਣਿਆ ਗਿਆ। ਉਸੇ ਤਰ੍ਹਾਂ ਖਲੋਤਾ ਹੋਇਆ ਸੀ ਅਤੇ ਮੈਂ ਹੀ ਨਿਢਾਲ ਜਿਹਾ ਮੰਜੀ 'ਤੇ ਬਹਿ ਗਿਆ। ਉਹਨੇ ਉਰਾਂ ਮੰਜੀ ਦੇ ਕੋਲ ਆ ਕੇ ਮੈਨੂੰ ਇੱਕ ਕਾਗਜ਼ ਵਿਖਾਇਆ, ਜਿਹਦੇ ਉੱਤੇ 2 ਵੱਡੇ ਖਾਨੇ, ਹੇਠਾਂ 2 ਛੋਟੇ ਖਾਨੇ ਬਣੇ ਸਨ। ਉਤਲੇ ਖਾਨੇ 'ਚ ਕਲੀ ਲਫ਼ਜ਼ ਲਿਖਿਆ ਸੀ ਅਤੇ ਹੇਠਲੇ 'ਚ 5 ਹੀ, 3 ਕਰੌਂ ਕਰੌਂ ਅਤੇ ਛੋਟਿਆਂ ਖਾਨਿਆਂ 'ਚ 1 ਹੂੰ। ਇਸ ਵਿਚਲੀ ਖਾਲੀ ਥਾਂ ਉੱਤੇ ਗਰਭਵਤੀ ਦਾ ਨਾਂ ਲਿਖ ਕੇ ਰੱਖ ਦੇਈਏ ਤਾਂ ਬੱਚੇ ਨੂੰ ਕੋਈ ਖਤਰਾ ਨਹੀਂ ਰਹਿੰਦਾ, ਗੌਤਮ ਆਖ ਰਿਹਾ ਸੀ। ਮੈਂ ਰੋ ਰਿਹਾ ਸੀ ਅਤੇ ਇਸ ਬੱਚੇ ਦੀ ਮਾਂ ਕਿਤੇ ਰੋਣ ਜੋਗੀ ਵੀ ਨਹੀਂ ਸੀ ਰਹੀ। ਪਰ ਇਹ ਸਧਾਰਨ ਕਾਗਜ਼ ਉੱਤੇ ਨਹੀਂ ਲਿਖੀਦਾ, ਇਹ ਭੋਜ ਪੱਤਰ ਉੱਤੇ ਚੰਦਨ ਨਾਲ ਲਿਖੀਦਾ। ਉਹ ਆਖ ਰਿਹਾ ਸੀ। ਧਰਤ ਅੰਬਰ ਸੁਣ ਰਹੇ ਸਨ ਪਰ ਚੁੱਪ ਸਨ। ਉਹਦੇ ਮਨ ਨੂੰ ਹੋਰ ਪਾਸੇ ਪਾਉਣ ਲਈ ਮੈਂ ਬੋਲਿਆ, ਤੂੰ ਡਾਕਟਰੇਟ ਕਰਨੀ ਹੈ, ਸਬਜੈਕਟ ਕਿਹੜਾ ਲੈਣਾ ਹੈ? ਚੱਲ ਉੱਠ ਕੇ ਤੂੰ ਪਤਾ ਕਰੀਏ ਭੋਜ ਪੱਤਰ ਕਿੱਥੋਂ ਮਿਲੇਗਾ। ਅਸੀਂ ਦੋਵੇਂ ਜਿਵੇਂ ਬੋਲੇ ਹੋ ਗਏ ਸੀ। ਉਹਨੂੰ ਮੇਰੀ ਗੱਲ ਨਹੀਂ ਸੀ ਸੁਣਾਈ ਦਿੰਦੀ ਅਤੇ ਮੈਨੂੰ ਉਹਦੀ ਗੱਲ ਨਹੀਂ ਸੀ ਸੁਣਾਈ ਦਿੰਦੀ। ਨਹੀਂ, ਸਾਡੇ ਕੰਨਾਂ ਨੂੰ ਕੁਛ ਨਹੀਂ ਸੀ ਹੋਇਆ। ਸਾਰੀ ਦੁਨੀਆ ਬੋਲੀ ਹੋ ਗਈ ਸੀ, ਜਿਹਨੂੰ ਸਾਡੀ ਆਵਾਜ਼ ਨਹੀਂ ਸੀ ਸੁਣਾਈ ਦਿੰਦੀ। ਗੌਤਮ ਆਪਣੇ ਮੂੰਹ ਧਿਆਨ ਖਲੋਤਾ ਹੋਇਆ ਸੀ ਅਤੇ ਆਖਿਆ ਕੁਛ ਨਹੀਂ। ਕੋਲੋਂ ਦੀ ਲੰਘ ਕੇ ਪੌੜੀਆਂ ਉਤਰ ਗਿਆ। ਹੇਠਾਂ ਬਾਜ਼ਾਰ 'ਚ ਚਾਹ ਦੀ ਦੁਕਾਨ ਨੇੜੇ ਸੀ। ਮੈਂ ਉਬਲੇ ਅੰਡੇ, ਥੋੜ੍ਹਾ ਜਿਹੇ ਬਿਸਕਿਟ ਅਤੇ ਚਾਹ ਲੈ ਕੇ ਆ ਗਿਆ। ਉਰਮੀ ਵਾਲੀ ਮੰਜੀ ਅਜੇ ਵੀ ਮੇਰੇ ਕਮਰੇ 'ਚ ਉਸੇ ਥਾਂ ਡਿੱਠੀ ਸੀ। ਮੈਂ ਹੱਥ ਉੱਧਰ ਕਰਕੇ ਗੌਤਮ ਨੂੰ ਬਹਿਣ ਲਈ ਆਖਿਆ। ਉਹ ਬਹਿ ਗਿਆ। ਉਹਦੇ ਕੋਲ ਪਏ ਹੋਏ ਛੋਟੇ ਜਿਹੇ ਮੇਜ਼ ਉੱਤੇ ਮੈਂ ਚਾਹ ਰੱਖੀ ਅਤੇ ਅੰਡੇ ਛਿੱਲਣ ਲੱਗ ਪਿਆ। ਗੌਤਮ ਨੇ ਉਜਰ ਨਹੀਂ ਕੀਤਾ। ਚਾਹ ਫੜ ਲਈ। ਅੱਧੀ ਕੁ ਪੀਤੀ ਸੀ ਕਿ ਉਹਨੂੰ ਕੁਝ ਚੇਤੇ ਆ ਗਿਆ। ਉਹਨੇ ਚਾਹ ਦਾ ਗਲਾਸ ਮੇਜ਼ 'ਤੇ ਰੱਖ ਕੇ ਬੋਝੇ 'ਚ ਹੱਥ ਪਾਇਆ। ਇੱਕ ਕਾਗਜ਼ ਕੱਢ ਕੇ ਆਖਣ ਲੱਗਾ, ਇਹ ਮੇਰੇ ਕੋਲ ਇੱਕ ਹੋਰ ਮੰਤਰ ਹੈ। ਇਹਦੇ ਨਾਲ ਜਿਹੜਾ ਵੀ ਉਰਮੀ ਨੂੰ ਦੁੱਖ ਦੇਗਾ ਉਹਦਾ ਨਾਸ ਹੋ ਜਾਏਗਾ, ਪਰ ਇਹ ਨਹੀਂ ਮੈਂ ਲਿਖਣਾ। ਕਿਉਂ? ਮੈਂ ਉਂਝ ਹੀ ਪੁੱਛ ਲਿਆ। ਉਹ ਕਹਿਣ ਲੱਗਾ, ਇਹ ਕਾਂ ਅਤੇ ਉੱਲੂ ਦੇ ਲਹੂ ਨਾਲ ਲਿਖਣਾ ਹੁੰਦਾ ਹੈ। ਮਸਾਣਾ ਵਿੱਚੋਂ ਮਨੁੱਖ ਦੀ ਖੋਪੜੀ ਲਿਆ ਕੇ ਉਸ ਖੋਪੜੀ ਉੱਤੇ ਮੇਰੇ ਕੋਲੋਂ ਮਨੁੱਖ ਦੀ ਖੋਪੜੀ ਨੂੰ ਹੱਥ ਨਹੀਂ ਲਾਇਆ ਜਾਣਾ। ਗੌਤਮ ਦਾ ਮੂੰਹ ਸਾਹਮਣੇ ਸੀ। ਅਚਾਨਕ ਮੇਰੇ ਆਪਣੇ ਪਿਓ ਦਾ ਮੂੰਹ ਵੀ ਸਾਹਮਣੇ ਆ ਗਿਆ, ਜਿਹਨੇ ਕਿਸੇ 7 ਪਰਾਏ ਦੀਆਂ ਨਹੀਂ, ਆਪਣੀ ਧੀ ਦੀਆਂ ਹੱਡੀਆਂ ਨੂੰ ਅਤੇ ਖੋਪੜੀ ਨੂੰ ਹੱਥ ਨਾਲ ਚੁੱਕਿਆ, ਰੇੜਿਆ ਜਾਂ ਕਿਤੇ ਦੱਬਿਆ ਹੋਏਗਾ। ਇਹ ਸਾਰੇ ਜੰਤਰ ਮੰਤਰ ਛੱਡ ਦੇ ਗੌਤਮ, ਅਸੀਂ ਪਾਗਲ ਹੋ ਜਾਵਾਂਗੇ। ਇਹਨਾਂ ਨਾਲ ਕੁਛ ਨਹੀਂ ਬਣਨਾ। ਮੈਂ ਗੌਤਮ ਦੇ ਗੋਡੇ ਕੋਲ ਬਹਿ ਕੇ ਇੱਕ ਵਾਸਤਾ ਪਾਇਆ। ਤੈਨੂੰ ਨਹੀਂ ਪਤਾ, ਗੌਤਮ ਨੇ ਇੱਕ ਭਰੋਸੇ ਨਾਲ ਕਿਹਾ। ਤੂੰ ਸਾਈਂ ਬਾਬਾ ਕੋਲ ਜਾ ਕੇ ਵੇਖ, ਉੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਹਨਾਂ ਮੰਤਰਾਂ ਨਾਲ ਕਈਆਂ ਦੇ ਕਾਰਜ ਸਿੱਧ ਹੋਏ ਹੈ। ਗੌਤਮ ਨੂੰ ਬਚਾਉਣ ਦਾ ਮੈਨੂੰ ਜਿਵੇਂ ਰਾਹ ਲੱਭ ਪਿਆ। ਮੈਂ ਛੇਤੀ ਨਾਲ ਕਿਹਾ, ਅੱਛਾ ਤੂੰ ਮੈਨੂੰ ਸਾਈਂ ਬਾਬਾ ਕੋਲ ਲੈ ਜਾਏਂਗਾ?
ਤੂੰ ਚੱਲੇਗਾ? ਉਹ ਰੇਲਵੇ ਲਾਈਨ ਤੋਂ ਪਾਰ ਵਾਲੀਆਂ ਝੁੱਗੀਆਂ 'ਚ ਰਹਿੰਦਾ ਹੈ। ਹਮੇਸ਼ਾ ਇੱਥੇ ਨਹੀਂ ਰਹਿੰਦਾ, ਪਤਾ ਨਹੀਂ ਕਦੋਂ ਚਲਾ ਜਾਵੇ। ਗੌਤਮ ਨੇ ਹੱਥ 'ਚ ਫੜਿਆ ਹੋਇਆ ਬਿਸਕਿਟਾਂ ਦਾ ਟੋਟਾ ਫਿਰ ਪਲੇਟ 'ਚ ਰੱਖ ਦਿੱਤਾ, ਜਿਵੇਂ ਸਾਡੇ ਜਾਣ 'ਚ ਦੇਰ ਹੁੰਦੀ ਪਈ ਹੋਵੇ। ਸ਼ਨੀਵਾਰ ਸੀ, ਕਾਲਜ ਸਿਰਫ ਇੱਕੋ ਪੀਰੀਅਡ ਜਾਣਾ ਸੀ। ਮੈਂ ਕਾਲਜ ਦਾ ਖਿਆਲ ਛੱਡ ਦਿੱਤਾ। ਆਖਿਆ, ਅੱਛਾ ਹੁਣੇ ਚੱਲਦੇ ਹਾਂ। ਸੋਚਿਆ ਸਾਈਂ ਬਾਬਾ ਦੀ ਮਿੰਨਤ ਕਰਾਂਗਾ, ਬਾਬਾ ਜੀ ਸਾਨੂੰ ਮੋਇਆਂ ਨੂੰ ਨਾ ਮਾਰੋ। ਪਰ ਮੈਂ ਤੇ ਗੌਤਮ ਜਦੋਂ ਰੇਲਵੇ ਲਾਈਨ ਨੂੰ ਪਾਰ ਕਰਕੇ ਅਗਲੇ ਕੱਚੇ ਰਾਹ ਦੀ ਮਿੱਟੀ ਛਾਣ ਕੇ ਸਾਈਂ ਬਾਬਾ ਵਾਲੀ ਝੁੱਗੀ 'ਚ ਪਹੁੰਚੇ ਤਾਂ ਉੱਥੇ ਤੀਵੀਆਂ ਤੇ ਮਰਦਾਂ ਦਾ ਇੰਨਾ ਝੁਰਮਟ ਪਿਆ ਸੀ, ਜਿਵੇਂ ਜ਼ਿੰਦਗੀ ਦੀਆਂ ਸਾਰੀਆਂ ਆਸਾਂ ਉੱਥੇ ਮਿੱਟੀ 'ਚ ਰੀਂਘ ਰਹੀਆਂ ਹੋਣ। ਅਸੀਂ ਭੀੜ ਦੇ ਆਖਰੀ ਸਿਰੇ ਉੱਤੇ ਸੀ, ਪਰ ਸਾਈਂ ਬਾਬਾ ਦੀ ਆਵਾਜ਼ ਉੱਥੇ ਵੀ ਉੱਚੀ ਕੰਨਾਂ 'ਚ ਪੈ ਰਹੀ ਸੀ। ਸਦਾ ਸ਼ਿਵਮ ਸਦਾ ਆਨੰਦ ਕਰੁਣਾ ਅੰਮ੍ਰਿਤ ਸਾਗਰਮ ਤੰਤਰ ਵਿਦਿਆ ਖਿਣ ਸਿੱਧੀ ਕਥਯਸਵਮਮ ਪ੍ਰਭੋ। ਸਾਈਂ ਬਾਬਾ ਦਾ ਮੂੰਹ ਉਮਰ ਨਾਲ ਪੱਕਿਆ ਹੋਇਆ ਤੇ ਇੱਕ ਚੰਗਾ ਕਰੜਾ ਮੂੰਹ ਸੀ। ਅੱਖਾਂ ਇੱਕੋ ਨਜ਼ਰ ਨਾਲ ਚੁਫੇਰੇ ਦੀ ਭੀੜ ਨੂੰ ਪਰਖ ਲੈਣ ਵਾਲੀਆਂ। ਮੈਂ ਵੇਖਿਆ ਸਾਈਂ ਬਾਬਾ ਦੀ ਨਜ਼ਰ ਮੇਰੇ ਮੂੰਹ ਉੱਤੇ ਚੀਲ ਵਾਂਗ ਝਪਟ ਕੇ ਲੰਘ ਗਈ। ਮੈਂ ਇੱਕ ਨਵਾਂ ਚਿਹਰਾ ਸਾਂ, ਸ਼ਾਇਦ ਮੇਰੇ ਮੂੰਹ ਉੱਤੇ ਦੀਨਤਾ ਤੇ ਵਿਸ਼ਵਾਸ ਦੀ ਮੋਹਰ ਨਹੀਂ ਸੀ। ਵੇਖਿਆ ਉਹ ਨਜ਼ਰ ਦੂਜੀ ਵਾਰੀ ਝਪਟੀ ਤਾਂ ਸਾਈਂ ਬਾਬਾ ਦੀ ਆਵਾਜ਼ ਹੋਰ ਉੱਚੀ ਪੀਡੀ ਹੋ ਗਈ। शांति और पुष्टिकरण में 27 दाने की माला पिरोई जाती है, वशीकरण में 15 दाने की, मोहन क्रम में 108 दाने की, उच्चाटन में 27 दाने की, विदेशण में 31 दाने की और आकर्षण में 57 दाने की पृथक पृथक प्रकार की डोरों में माला पिरोई जाती है। लोगों के एडे निमाणे मूँह मैं कदी नहीं सी वेखे। ਇਹ ਦੁਨੀਆ ਹੀ ਮੈਂ ਜਿਵੇਂ ਪਹਿਲੀ ਵਾਰ ਵੇਖ ਰਿਹਾ ਸੀ। ਲਿੱਸੇ ਬਿਮਾਰ ਬੁੱਢੇ ਝੁਰੜੀਆਂ ਵਾਲੇ ਹੱਥ ਪ੍ਰਾਰਥਨਾ 'ਚ ਜੁੜੇ ਹੋਏ ਸਨ। ਔਰਤਾਂ ਪਾਟਿਆਂ ਹੋਇਆਂ ਪੱਲਿਆਂ ਨਾਲ ਅੱਖਾਂ ਪੂੰਝਦੀਆਂ ਪਈਆਂ ਸਨ। ਸਾਰਿਆਂ ਦੇ ਵਰਤਮਾਨ ਤੇ ਭਵਿੱਖ ਜਿਵੇਂ ਉਹਨਾਂ ਦੀ ਪਾਟੀ ਹੋਈ ਝੋਲੀ 'ਚ ਪੁੰਜੇ ਡੁੱਲ ਗਏ ਹੋਣ। ਸਾਈਂ ਬਾਬਾ ਆਖ ਰਿਹਾ ਸੀ, ਵਸੀਕਰਨ ਮੰਤਰ 27 दिन में, मारने 61 दिन में, मोहन 31 दिन में, आकर्षण और उच्चाटन 41 दिन में और विदेशण मंत्र 51 दिन में अपना फल देंगे। ਇੱਕ ਅਧਖੜ ਜੇ ਦਿਸਦੇ ਆਦਮੀ ਨੇ ਸਾਈਂ ਬਾਬਾ ਦੇ ਇੱਕ ਪੈਰ ਨੂੰ ਘੁੱਟ ਕੇ ਫੜਿਆ ਸੀ। ਸਾਈਂ ਬਾਬਾ ਨੇ ਉੱਧਰ ਨਜ਼ਰ ਕੀਤੀ ਤੇ ਆਖਿਆ, ਓਮ ਹਿੰ ਕਲੀ महालक्ष्मी ਐਨਮ। वट वृक्ष के ऊपर एकाग्र मन से महालक्ष्मी यक्षिणी का जाप करें, 10,000 संख्या में तो लक्ष्मी स्थिर हो। ਇੱਕ ਚਾਂਦੀ ਦਾ ਗੋਖੜੂ ਜਿਹਾ ਉਸ ਆਦਮੀ ਨੇ ਸਾਈਂ ਬਾਬਾ ਦੇ ਆਸਣ ਦੀ ਕੰਨੀ ਚੁੱਕ ਕੇ ਰੱਖ ਦਿੱਤਾ ਤੇ ਦੋਵੇਂ ਹੱਥ ਜੋੜ ਕੇ ਪਰਾਂ ਹੋ ਗਿਆ। ਸਾਈਂ ਬਾਬਾ ਦਾ ਪੈਰ ਖਾਲੀ ਹੋਇਆ ਤੇ ਇੱਕ ਮਰੀਅਲ ਜੀ ਔਰਤ ਨੇ ਉਹਦੇ ਕੋਲ 1 ਰੁਪਈਆ ਰੱਖ ਕੇ ਛੇਤੀ ਨਾਲ ਉਹ ਪੈਰ ਫੜ ਲਿਆ। ਉਹਨੇ ਸਾਈਂ ਬਾਬਾ ਨੂੰ ਕੁਝ ਦੱਸਿਆ, ਪਰ ਮੈਂ ਦੂਰ ਸਾਂ, ਸੁਣਾਈ ਨਹੀਂ ਦਿੱਤਾ। ਸਿਰਫ ਸਾਈਂ ਬਾਬਾ ਜੀ ਆਵਾਜ਼ ਸੁਣਾਈ ਦਿੱਤੀ, श्वेत आग की जड़ पुष्प नक्षत्र में उखाड़ कर दाहिनी भुजा में बांधने से दुर्भागा स्त्री भी स्वामी से सौभाग्य को प्राप्त होती है। ਦੁੱਖਾਂ ਦਾ ਅੰਤ ਨਹੀਂ ਸੀ। ਕਿਸੇ ਦੀ ਨੌਕਰੀ ਛੁੱਟ ਗਈ ਸੀ, ਕਿਸੇ ਦਾ ਜਵਾਨ ਪੁੱਤਰ ਵਰੇ ਤੋਂ ਮੰਜੇ 'ਤੇ ਪਿਆ ਸੀ, ਕਿਸੇ ਦੀ ਕੁੱਖ ਬਾਂਝ ਸੀ, ਕਿਸੇ ਦਾ ਭਵਿੱਖ ਬਾਂਝ ਸੀ। ਸਾਈਂ ਬਾਬਾ ਦੇ ਜੰਤਰ ਮੰਤਰ ਹੋਰ ਭਾਵੇਂ ਕੁਛ ਨਾ ਹੋਣ, ਪਰ ਜ਼ਿੰਦਗੀ ਦੇ ਮਾੜੇ ਮੋਟੇ ਲਾਰੇ ਜ਼ਰੂਰ ਸਨ। ਪਰ ਰੋਜ਼ ਦੇ ਖੌਰੇ ਕਿੰਨੇ ਕੁ ਲੋਕ ਲਾਰਿਆਂ 'ਚ ਬੁੱਢੇ ਹੋ ਰਹੇ ਸਨ। ਤੇ ਵੇਖਿਆ ਸਾਈਂ ਬਾਬਾ ਦੇ ਦੱਸੇ ਮੰਤਰ ਕੁਝ ਤਾਂ ਮਾਸੂਮ ਜਿਹੇ ਲੱਗਦੇ ਸਨ, ਪਰ ਕਈ ਅੰਤਾਂ ਦੇ ਭਿਆਨਕ ਵੀ ਸਨ, ਜਿਨ੍ਹਾਂ 'ਚ ਕਿਤੇ ਚਿਖਾ ਦੀ ਰਾਖ ਸੀ, ਕਿਤੇ ਮਨੁੱਖ ਦੀ ਖੋਪੜੀ, ਕਿਤੇ ਮਨੁੱਖੀ ਹੱਡੀ 'ਚੋਂ ਘੜੀ ਹੋਈ ਸਲਾਈ, ਕਾਂ, ਉੱਲੂ, ਊਠ ਤੇ ਕਾਲੇ ਕੁੱਕੜ ਦੇ ਲਹੂ ਦੀ ਗੱਲ ਜਿਵੇਂ ਆਮ ਜਿਹੀ ਸੀ। ਇੱਕ ਵਾਰ ਮੈਂ ਕੰਨੀ ਸੁਣਿਆ ਕਿ ਉਹਨੇ ਕਿਸੇ ਨੂੰ ਸ਼ਮਸ਼ਾਨ 'ਚ ਜਾ ਕੇ ਕਿਸੇ ਮੁਰਦੇ ਦੀ ਛਾਤੀ ਉੱਤੇ ਬਹਿ ਕੇ ਇੱਕ ਮੰਤਰ ਪੜ੍ਹਨ ਦਾ ਆਦੇਸ਼ ਦਿੱਤਾ। 2 ਕੁ ਘੰਟਿਆਂ ਪਿੱਛੋਂ ਜਦੋਂ ਸਾਈਂ ਬਾਬਾ ਦੇ ਦੁਆਲੇ ਦੀ ਭੀੜ ਖਿੰਡ ਗਈ, ਮੈਂ ਸਾਈਂ ਬਾਬਾ ਦਾ ਅਸਲੋਂ ਕੰਨ ਕੋਲ ਹੋ ਕੇ ਆਖਿਆ, ਬਾਬਾ, ਕਿਸੇ ਨੇ ਪੁਲਿਸ ਦੇ ਵੱਡੇ ਅਫਸਰ ਕੋਲ ਸ਼ਿਕਾਇਤ ਕਰ ਦਿੱਤੀ ਹੈ ਕਿ ਤੁਹਾਡੇ ਕਹਿਣ 'ਤੇ ਲੋਕੀ ਰਾਤੀ ਮਸਾਣਾਂ 'ਚ ਜਾ ਕੇ ਮਨੁੱਖਾਂ ਦੀਆਂ ਖੋਪੜੀਆਂ ਚੁਰਾ ਲਿਆਉਂਦੇ ਨੇ ਅਤੇ ਪੁਲਿਸ ਤੁਹਾਡੇ ਪਿੱਛੇ ਲੱਗੀ ਹੋਈ ਹੈ। ਪਰਸੋਂ ਇੱਕ ਬੰਦਾ ਇੱਕ ਮੁਰਦੇ ਦੀ ਛਾਤੀ ਉੱਤੇ ਬੈਠਾ ਫੜਿਆ ਗਿਆ ਹੈ। ਸਾਈਂ ਬਾਬਾ ਦੀਆਂ ਲਾਲ ਲਾਲ ਅੱਖਾਂ ਮੇਰੇ ਮੂੰਹ 'ਤੇ ਬੜੇ ਜ਼ੋਰ ਦੀ ਝਪਟੀਆਂ, ਪਰ ਮੈਂ ਸਿਰ ਨੀਵਾਂ ਕਰਕੇ ਤੇ ਦੋਵੇਂ ਹੱਥ ਜੋੜ ਕੇ ਸਾਈਂ ਬਾਬਾ ਦੇ ਸਾਹਮਣੇ ਬਹਿ ਗਿਆ। ਸਾਈਂ ਬਾਬਾ ਚੁੱਪ ਹੋ ਗਏ, ਇੰਨਾ ਚੁੱਪ ਹੋ ਗਏ ਕਿ ਗੌਤਮ ਦੇ ਬੁਲਾਉਣ 'ਤੇ ਵੀ ਨਾ ਬੋਲੇ। ਮੈਂ ਇੰਨਾ ਕੁ ਜਾਣ ਲਿਆ ਸੀ ਕਿ ਮਿੰਨਤ ਮੁਹਤਾਜੀ ਨਾਲ ਜੇ ਸਾਈਂ ਬਾਬਾ ਨੂੰ ਆਖਾਂਗਾ
ਕਿ ਲੋਕਾਂ ਨੂੰ ਝੂਠੇ ਲਾਰੇ ਨਾ ਦਿਓ ਤਾਂ ਉਹਨੇ ਮੇਰੀ ਗੱਲ ਨਹੀਂ ਸੀ ਸੁਣਨੀ। ਪੁਲਿਸ ਨੂੰ ਕੁਝ ਆਖਣ ਦਾ ਸਵਾਲ ਹੀ ਨਹੀਂ ਸੀ। ਕਿਸੇ ਨੂੰ ਕਹਿ ਸੁਣ ਕੇ ਲਿਆਉਂਦਾ ਵੀ ਉਹਨੇ ਸਾਈਂ ਬਾਬਾ ਕੋਲੋਂ ਵੀ ਕੁਝ ਮਾਠ ਕੇ ਆਪਣੇ ਰਾਹ ਪੈਣਾ ਸੀ। ਐਵੇਂ ਤੀਰ ਤੁੱਕਾ ਜਿਹਾ ਲਾਇਆ, ਚੱਲ ਗਿਆ ਤਾਂ ਵੀ, ਨਾ ਚੱਲਿਆ ਤਾਂ ਵੀ। ਚੁੱਪ ਲੰਬੀ ਹੋ ਗਈ ਤਾਂ ਮੈਂ ਗੌਤਮ ਦਾ ਹੱਥ ਫੜ ਕੇ ਉਠਾਇਆ। ਸਾਈਂ ਬਾਬਾ ਦੀ ਸਮਾਧੀ ਲੱਗ ਗਈ, ਚੱਲ ਚਲੀਏ, ਫਿਰ ਕੱਲ੍ਹ ਆ ਜਾਵਾਂਗੇ। ਅਤੇ ਦੂਜੇ ਦਿਨ ਐਤਵਾਰ ਸੀ, ਮੈਨੂੰ ਛੁੱਟੀ ਸੀ, ਇਸ ਲਈ ਗੌਤਮ ਦੂਜੇ ਦਿਨ ਮੈਨੂੰ ਫੇਰ ਖਿੱਚ ਕੇ ਉੱਥੇ ਲੈ ਗਿਆ। ਪਰ ਦੂਜੇ ਦਿਨ ਸਾਈਂ ਬਾਬਾ ਸੱਚਮੁੱਚ ਉੱਥੇ ਨਹੀਂ ਸੀ। ਉਹ ਕੀਨੀਆਂ ਵਾਲਾ ਉਰਮੀ ਦਾ ਨਹੀਂ, ਉਰਮੀ ਦੇ ਗਹਿਣਿਆਂ ਦਾ ਕੁਛ ਲੱਗਦਾ ਮੈਨੂੰ ਲੱਭਦਾ ਲੱਭਦਾ ਇੱਕ ਦਿਨ ਮੇਰੇ ਕਾਲਜ ਆ ਗਿਆ। ਮੇਰੇ ਕਮਰੇ ਦਾ ਸ਼ਾਇਦ ਉਹਨੂੰ ਪਤਾ ਨਹੀਂ ਸੀ ਜਾਂ ਲੱਭਾ ਨਹੀਂ ਸੀ। ਉਹਨੇ ਜੋ ਮੇਰੇ ਨਾਂ ਦੀ ਚਿੱਠ ਲਿਖ ਕੇ ਮੈਨੂੰ ਬਾਹਰ ਨਾ ਬੁਲਾਇਆ ਹੁੰਦਾ ਤਾਂ ਮੈਂ ਉਹਨੂੰ ਪਛਾਣ ਵੀ ਨਹੀਂ ਸੀ ਸਕਦਾ। ਅੱਗੇ ਸਿਰਫ ਇੱਕ ਵਾਰ ਵੇਖਿਆ ਸੀ, ਉਹ ਵੀ ਸਿਹਰਿਆਂ ਨਾਲ ਢਕੇ ਮੂੰਹ ਨੂੰ। ਹੁਣ ਉੱਕਾ ਪਛਾਣ ਨਹੀਂ ਸੀ ਰਹਿ ਗਈ। ਉਹਨੇ ਨਾ ਪਤਾ ਦੱਸਿਆ ਤਾਂ ਮੈਂ ਪਛਾਣ ਸਕਿਆ। ਹੈਰਾਨ ਸੀ ਹੁਣ ਉਹਨੂੰ ਮੇਰੀ ਕੀ ਲੋੜ ਪੈ ਗਈ ਸੀ। ਪਰ ਜਦੋਂ ਉਹਨੂੰ ਨਾਲ ਲੈ ਕੇ ਮੈਂ ਆਪਣੇ ਕਮਰੇ 'ਚ ਆਇਆ ਤਾਂ ਪਤਾ ਲੱਗਾ ਕਿ ਉਹਨੂੰ ਮੇਰੀ ਲੋੜ ਕਿਉਂ ਪਈ ਸੀ। ਕਮਰੇ ਵਿੱਚ ਮੇਰੀ ਇੱਕ ਆਦਤ ਸੀ ਕਿ ਗੌਤਮ ਜਦੋਂ ਆਉਂਦਾ ਮੈਂ ਉਹਨੂੰ ਹਮੇਸ਼ਾ ਉਰਮੀ ਵਾਲੀ ਮੰਜੀ 'ਤੇ ਬਿਠਾਉਂਦਾ ਹੁੰਦਾ ਸੀ। ਆਪ ਉਹਦੇ ਸਾਹਮਣੇ ਹਮੇਸ਼ਾ ਆਪਣੀ ਮੰਜੀ 'ਤੇ ਬੈਠਦਾ ਸੀ। ਪਰ ਅੱਜ ਮੈਂ ਛੇਤੀ ਨਾਲ ਉਰਮੀ ਵਾਲੀ ਮੰਜੀ 'ਤੇ ਆਪ ਬਹਿ ਗਿਆ ਅਤੇ ਆਪਣੀ ਵਾਲੀ ਮੰਜੀ ਵੱਲ ਹੱਥ ਕਰਕੇ ਉਹਨੂੰ ਬਹਿਣ ਲਈ ਆਖਿਆ। ਜੇ ਉਹ ਉਰਮੀ ਵਾਲੀ ਮੰਜੀ 'ਤੇ ਬਹਿ ਗਿਆ ਤਾਂ ਉਰਮੀ ਦੀ ਰੂਹ ਜਿੱਥੇ ਵੀ ਹੋਏਗੀ ਉਹਨੂੰ ਦੁੱਖ ਹੋਏਗਾ। ਸੋਚ ਰਿਹਾ ਸੀ ਹੁਣ ਉਰਮੀ ਦੀ ਗੱਲ ਉਹੀ ਕਰੇਗਾ, ਕਿਵੇਂ ਕਰੇਗਾ। ਸ਼ਾਇਦ ਮੇਰੇ ਕੋਲੋਂ ਉਹਦੇ ਗੁਆਚਣ ਦਾ ਜਾਂ ਮਰਨ ਦਾ ਕੋਈ ਭੇਦ ਪੁੱਛੇਗਾ। ਉਹ ਕੁਛ ਦੇਰ ਚੁੱਪ ਰਿਹਾ ਅਤੇ ਫਿਰ ਕਹਿਣ ਲੱਗਾ, ਉਹ ਜਦੋਂ ਇੱਥੇ ਪੜ੍ਹਨ ਲਈ ਆਈ ਸੀ ਉਹਦੇ ਹੱਥਾਂ 'ਚ ਸੋਨੇ ਦੇ ਕੜੇ ਸੀ। ਮੈਂ ਜਵਾਬ ਦਿੱਤਾ, ਹਾਂ, ਪਰ ਉਹ ਛੁੱਟੀਆਂ 'ਚ ਇੱਕ ਵਾਰੀ ਪਿੰਡ ਗਈ ਸੀ, ਉੱਥੇ ਵਾਪਸ ਦੇ ਆਈ ਸੀ। ਨਹੀਂ, ਉਹਨੇ ਦਬਕਾ ਜਿਹਾ ਮਾਰ ਕੇ ਆਖਿਆ। ਜਿਹੜੇ ਆਦਮੀ ਕੋਲ ਚਲੀ ਗਈ ਸੀ ਉਹ ਕੜੇ ਉਸ ਆਦਮੀ ਨੇ ਆਪਣੇ ਕੋਲ ਰੱਖ ਲਏ ਨੇ। ਤੂੰ ਉਸ ਆਦਮੀ ਕੋਲੋਂ ਜਾ ਕੇ ਉਹ ਕੜੇ ਲਿਆ ਦੇ, ਨਹੀਂ ਤਾਂ। ਉਹ ਅੱਗੋਂ ਕੁਝ ਕਹਿੰਦਾ ਰੁਕ ਗਿਆ। ਮੇਰੇ ਹੱਡਾਂ 'ਚ ਕੁਝ ਬਲ ਉੱਠਿਆ। ਨਹੀਂ, ਉਸ ਆਦਮੀ ਨੇ ਤੁਹਾਡੇ ਘਰ ਦੇ ਕਿਸੇ ਗਹਿਣੇ ਨੂੰ ਜਾਂ ਕੱਪੜੇ ਨੂੰ ਹੱਥ ਨਹੀਂ ਲਾਇਆ। ਉਹਨੇ ਫਿਰ ਉੱਚੀ ਸਾਰੀ ਆਖਿਆ। ਉਹਨੂੰ ਜਦੋਂ ਉਹ ਕੱਢ ਕੇ ਲੈ ਗਿਆ ਸੀ ਕੜੇ ਉਹਦੇ ਹੱਥਾਂ 'ਚ ਪਏ ਸਨ। ਉਹ ਕੱਢ ਕੇ ਨਹੀਂ ਸੀ ਲੈ ਗਿਆ। ਆਖਦਾ ਪਿਆ ਸਾਂ ਕਿ ਮੂੰਹ ਦਾ ਫਿਕਰਾ ਵਿੱਚੇ ਛੱਡਤਾ ਜਾਪਿਆ। ਉਹਨੂੰ ਕੁਝ ਵੀ ਆਖਣ ਦੀ ਲੋੜ ਨਹੀਂ ਸੀ। ਉਰਮੀ ਨੇ ਹੱਥਾਂ ਦੇ ਕੜੇ ਮੇਰੇ ਸਾਹਮਣੇ ਲਾਏ ਸੀ। ਇਸ ਬੰਦੇ ਦੇ ਛੋਟੇ ਭਰਾ ਨੂੰ ਪਿੰਡੋਂ ਬੁਲਾ ਕੇ ਮੇਰੇ ਸਾਹਮਣੇ ਸੌਂਪ ਦਿੱਤੇ ਸੀ। ਪਰ ਇਹ ਗੱਲ ਆਖਣ ਤੋਂ ਪਹਿਲਾਂ ਮੈਨੂੰ ਇੱਕ ਅਜੀਬ ਖਿਆਲ ਆਇਆ। ਮੈਂ ਛੇਤੀ ਨਾਲ ਕਿਹਾ, ਫਿਰ ਸ਼ਾਇਦ ਮਰਨ ਲੱਗਿਆ ਉਹਦੇ ਹੱਥਾਂ 'ਚ ਹੀ ਪਏ ਰਹੇ ਹੋਣ। ਨਹੀਂ, ਉਹਦੇ ਹੱਥਾਂ 'ਚ ਨਹੀਂ ਸੀ। ਉਹ ਗੱਲ ਦੇ ਜਵਾਬ 'ਚ ਬੋਲ ਪਿਆ। ਸੋ ਅੱਜ ਉਰਮੀ ਦੀ ਮੌਤ ਮੈਂ ਕੰਨੀ ਸੁਣ ਲਈ। ਅਜੇ ਤੱਕ ਕੰਨੀ ਕੁਛ ਨਹੀਂ ਸੀ ਸੁਣਿਆ। ਉਹਦੇ ਪਿਓ ਦੇ ਮੂੰਹੋਂ ਕੁਛ ਨਹੀਂ ਸੀ ਸੁਣ ਸਕਿਆ। ਇਸ ਬੰਦੇ ਦੇ ਮੂੰਹੋਂ ਸੌਖੀ ਤਰ੍ਹਾਂ ਸੁਣ ਲਿਆ। ਸੋ ਦੂਜੀ ਘੋੜੀ ਵਾਲਾ ਉਹਦਾ ਪਿਓ ਸੀ। ਉਸੇ ਨੇ ਮੋਈ ਦੀਆਂ ਬਾਹਾਂ ਫੋਲੀਆਂ ਹੋਣਗੀਆਂ। ਅੱਗ ਦੀ ਇੱਕ ਲੰਬ ਮੇਰੇ ਮੂੰਹ 'ਚ ਬਲ ਪਈ। ਆਖਦਾ, ਜੇ ਤੁਹਾਨੂੰ ਇੰਨਾ ਪਤਾ ਹੈ ਤਾਂ ਇਹ ਵੀ ਪਤਾ ਹੋਏਗਾ ਕਿ ਉਹਨੂੰ ਵੱਢ ਕੇ ਨਦੀ 'ਚ ਰੋੜਿਆ ਸੀ ਕਿ ਜ਼ਮੀਨ 'ਚ ਦੱਬਿਆ ਸੀ। ਯੂ ਸ਼ਟ ਅਪ, ਉਹਨੇ ਆਖਿਆ ਅਤੇ ਮੰਜੀ 'ਤੇ ਉੱਠ ਬੈਠਾ। ਮੈਂ ਵੀ ਮੰਜੀ ਉੱਤੋਂ ਉੱਠ ਕੇ ਖਲੋ ਗਿਆ ਅਤੇ ਆਖਿਆ, ਫਿਰ ਉਹ ਕੜੇ ਜੇ ਕਿਸੇ ਨੇ ਚੋਰੀ ਰੱਖ ਲਏ ਨੇ ਅਤੇ ਤੁਹਾਡੇ ਭਰਾ ਨੇ ਰੱਖ ਲਏ। ਮੇਰੀ ਭੈਣ ਨੇ ਤਾਂ ਉਹ ਕੜੇ ਮੇਰੇ ਸਾਹਮਣੇ ਤੁਹਾਡੇ ਭਰਾ ਨੂੰ ਦਿੱਤੇ ਸੀ। ਉਹ ਜਾਂਦਾ ਜਾਂਦਾ ਖਲੋ ਕੇ ਗਹਿਰੀ ਅੱਖ ਨਾਲ ਮੇਰੇ ਵੱਲ ਵੇਖਣ ਲੱਗਾ ਅਤੇ ਆਖਣ ਲੱਗਾ, ਪਰ ਪਹਿਲਾਂ ਤੂੰ ਕਿਹਾ ਸੀ ਸ਼ਾਇਦ ਮਰਨ ਵੇਲੇ ਉਹਦੇ ਹੱਥਾਂ 'ਚ ਹੋਣ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਮੈਂ ਕਿਉਂ ਕਿਹਾ ਸੀ। ਮੈਂ ਅਜੇ ਆਖਦਾ ਪਿਆ ਸੀ ਕਿ ਉਹ ਕਾਹਲੀ ਕਾਹਲੀ ਪੌੜੀਆਂ ਉਤਰ ਗਿਆ। ਉਰਮੀ ਦੀ ਮੰਜੀ ਉੱਤੇ ਮੈਂ ਪਤਾ ਨਹੀਂ ਕਿੰਨਾ ਚਿਰ ਮੁੱਧਾ ਪਿਆ ਰਿਹਾ। ਮੈਂ ਜਿਵੇਂ ਆਪ ਆਪਣੇ ਗਲ ਨਾਲ ਲੱਗ ਕੇ ਰੋ ਰਿਹਾ ਸੀ। ਮੇਰੇ ਕਮਰੇ ਦੀਆਂ ਕੰਧਾਂ ਮੈਨੂੰ ਹੱਥਾਂ 'ਚ ਫੜ ਕੇ ਨਪੀੜ ਰਹੀਆਂ ਸਨ। ਇਸ ਕਮਰੇ 'ਚੋਂ ਦੌੜ ਕੇ ਕਿਤੇ ਬਾਹਰ ਸਾਰੀ ਧਰਤੀ 'ਤੇ ਸਾਰੇ ਅੰਬਰ ਦੇ ਗਲ ਨਾਲ ਲੱਗ ਕੇ ਰੋਣਾ ਚਾਹੁੰਦਾ ਸੀ। ਆਪਣਾ ਮਨ ਆਪਣੀਓ ਛਾਤੀ 'ਚ ਨਹੀਂ ਸੀ ਸਾਂਭਿਆ ਜਾਂਦਾ। ਅਚਾਨਕ ਮਾਸ ਦੀ ਗੰਢ ਬਣੀ ਹੋਈ ਮਾਂ ਚੇਤੇ ਆਈ ਤਾਂ ਮੈਨੂੰ ਪਹਿਲੀ ਵਾਰ ਉਹਦੇ ਉੱਤੇ ਬੜਾ ਤਰਸ ਆਇਆ। ਆਪਣੀ ਛਾਤੀ ਦੀ ਸਾਰੀ ਹਵਾ ਉਹ ਕਿਵੇਂ ਆਪਣੇ ਹੋਠਾਂ ਨਾਲ ਪੀ ਗਈ। ਧੰਨਵਾਦ।